आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम, तुसी सुन रहे हो रंग एफएम। खुश आमदीद दोस्तों, मैं ਤੁਹਾਡੀ ਦੋਸਤ ਤੇ ਤੁਹਾਡੀ ਹੋਸਟ ਦੀਪ ਸੰਧੂ। ਵੇਖੋ ਜੀ, ਐਤਵਾਰ ਦਾ ਦਿਨ ਤੇ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਨਵਾਂ ਸ਼ੋਅ ਜੋ ਕਿ ਨੌਜਵਾਨੀ ਨਾਲ ਸੰਬੰਧਿਤ ਹੈ। ਇਸ ਸ਼ੋਅ ਦੇ ਵਿੱਚ ਤੁਸੀਂ ਹਰ ਹਫਤੇ ਹਰ ਐਤਵਾਰ ਸ਼ਾਮੀ 6 ਵਜੇ ਦੇਖਿਆ ਕਰੋਗੇ ਜਿੰਨੇ ਵੀ ਪ੍ਰਤਿਭਾਵਾਨ ਲੜਕੇ ਨੇ, ਲੜਕੀਆਂ ਨੇ, ਉਹਨਾਂ ਦੀਆਂ ਇੰਟਰਵਿਊਜ਼, ਉਹਨਾਂ ਨਾਲ ਪੜ੍ਹਾਈ ਜਾਂ ਹੋਰ ਵਿਸ਼ਿਆਂ ਦੇ ਨਾਲ ਸੰਬੰਧਿਤ ਚਰਚਾਵਾਂ ਜਾਂ ਉਹਨਾਂ ਦੇ ਲੱਗਦੇ ਮੇਲੇ ਜਿਹੜੇ ਕਿ ਮੰਥਲੀ ਯੂਥ ਮੇਲੇ ਜਾਂ ਕਿਸੇ ਵੀ ਤਰ੍ਹਾਂ ਦੇ। ਖੈਰ, ਇਹ ਵੀ ਇੱਕ ਸਸਪੈਂਸ ਹੈ, ਦੇਖਦੇ ਰਹੋ ਹਰੇਕ ਐਤਵਾਰ ਨੂੰ 6 ਵਜੇ। ਤੋਂ ਅੱਜ ਪਹਿਲਾ ਸ਼ੋਅ ਹੈ ਜੋ ਇੱਛਾਵਾਂ ਤਾਂ ਦੇਣੀਆਂ ਹੀ ਬਣਦੀਆਂ ਨੇ ਦੋਸਤੋ। ਹਮੇਸ਼ਾ ਜਿਵੇਂ ਅੱਜ ਤੱਕ ਸਾਥ ਦਿੰਦੇ ਆਏ ਹੋ, ਅੱਜ ਵੀ ਦੇਵੋਗੇ, ਜਿਵੇਂ ਕਿ ਮੈਨੂੰ ਰੱਬ ਜਿੱਡਾ ਯਕੀਨ ਹੈ। ਆਓ ਦੋਸਤੋ, ਹੋਰ ਦੇਰ ਨਾ ਕਰਦੇ ਹੋਏ ਤੁਹਾਨੂੰ ਲੈ ਚੱਲਦੀਆਂ ਵਰਲਡ ਲਿਟਰੇਰੀ ਫੋਰਮ ਦੇ ਸੰਚਾਲਿਕਾ ਤੇ ਫਾਊਂਡਰ ਮਿਸਿਸ ਤੇ ਪ੍ਰੋਫੈਸਰ ਅਰਵਿੰਦ ਸੋਹੀ ਮੰਡ ਹੋਰਾਂ ਦੇ ਨਾਲ। ਮੈਂ ਤੁਹਾਨੂੰ ਇੱਕ ਗੱਲ ਇੱਥੇ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਪ੍ਰੋਗਰਾਮ ਵਰਲਡ ਲਿਟਰੇਰੀ ਫੋਰਮ ਅਤੇ ਰੰਗ ਐਫਐਮ ਤੇ ਚੈਨਲ ਦੀ ਸਾਂਝੀ ਕੋਸ਼ਿਸ਼ ਹੈ। ਆਓ ਦੋਸਤੋ, ਸਭ ਤੋਂ ਪਹਿਲਾਂ ਮਿਲਦੇ ਹਾਂ ਫਾਊਂਡਰ ਨੂੰ, ਪ੍ਰੋਫੈਸਰ ਅਰਵਿੰਦ ਸੋਹੀ ਮੰਡ ਹੋਰਾਂ ਨੂੰ। ਆਓ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬਾ। ਸਤਿ ਸ਼੍ਰੀ ਅਕਾਲ ਦੀ, ਕਿਵੇਂ ਹੋ? ਠੀਕ ਠਾਕ ਜੀ, ਠੀਕ ਠਾਕ। ਖੁਸ਼ ਆਮਦੀਦ ਪ੍ਰੋਫੈਸਰ ਸਾਹਿਬਾ। ਥੈਂਕ ਯੂ। ਜਿਸ ਤਰ੍ਹਾਂ ਕਿ ਤੁਸੀਂ ਇੰਨਾ ਸੋਹਣੇ ਇਹ ਇੱਕ ਕੋਸ਼ਿਸ਼ ਕਰ ਰਹੇ ਹੋ ਯੂਥ ਨੂੰ ਅੱਗੇ ਲਿਆਉਣ ਦੀ, ਇਹਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰਤ ਸੀ। ਆਪਾਂ ਹਰੇਕ ਹਫਤੇ ਥੋੜ੍ਹਾ ਬਹੁਤ ਇਹ ਵੀ ਗੱਲ ਕਰਦੇ ਰਹਾਂਗੇ ਸਾਂਝੇ, ਪਰ ਅੱਜ ਹੁਣ ਜਿਵੇਂ ਕਿ ਤੁਸੀਂ ਬਹੁਤ ਹੀ ਖੂਬਸੂਰਤ ਜੀ ਪਿਆਰੀ ਜੀ ਲੜਕੀ ਨੂੰ ਗੈਸਟ ਦੇ ਤੌਰ ਤੇ ਲੈ ਕੇ ਆਏ ਹੋ, ਤੇ ਲੱਗ ਰਿਹਾ ਹੈ ਕਿ ਕੁਛ ਨਾ ਕੁਛ ਨਵਾਂ ਨਿਵੇਕਲਾ ਹੋਣ ਵਾਲਾ ਹੈ ਅੱਜ ਰੰਗ ਐਫਐਮ ਤੇ। ਬਿਲਕੁਲ। ਤੋ ਇਸ ਤੋਂ ਪਹਿਲਾਂ ਕਿ ਮੈਂ ਹੋਰ ਅੱਗੇ ਗੱਲ ਕਰਾਂ ਤੁਹਾਨੂੰ, ਤੇ ਹੈਲੋ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਇਸ ਤੋਂ ਪਹਿਲਾਂ ਮੈਂ ਹੋਰ ਅੱਗੇ ਗੱਲ ਕਰਾਂ ਨਾ, ਮੈਂ ਇਹਨਾਂ ਦਾ 1 ਮਿੰਟ ਵੀ ਨਹੀਂ ਲਵਾਂਗੀ। ਹੁਣ ਅਸੀਂ ਦੋਨਾਂ ਨੂੰ, ਪ੍ਰੋਫੈਸਰ ਸਾਹਿਬਾ ਤੇ ਉਹਨਾਂ ਦੀ ਗੈਸਟ ਦੋਨਾਂ ਨੂੰ ਇੱਥੇ ਛੱਡਦੇ ਹਾਂ। ਆਓ ਦੇਖਦੇ ਹਾਂ, ਸੁਣਦੇ ਹਾਂ ਉਸ ਬੱਚੀ ਤੇ ਪ੍ਰੋਫੈਸਰ ਸਾਹਿਬਾ ਨਾਲ ਹੋਈਆਂ ਗੱਲਾਂ ਬਾਤਾਂ। ਆਓ ਮੈਂ ਵੀ ਆਉਂਦੀ ਹਾਂ ਤੁਹਾਡੇ ਵਿੱਚ ਬੈਠਣ, ਤੇ ਆਪਾਂ ਸਾਰੇ ਕਮੈਂਟ ਦੇਵਾਂਗੇ। ਤੇ ਪਲੀਜ਼ ਸਾਥ ਜ਼ਰੂਰ ਦੇਣਾ, ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਨਾ। ਜੀ ਪ੍ਰੋਫੈਸਰ ਸਾਹਿਬਾ। बहुत बहुत शुक्रिया दीप दी। और जो वर्ल्ड लिटरेरी फोरम और रंग एफएम ਦਾ ਸਾਂਝਾ ਉਪਰਾਲਾ ਹੈ ਪ੍ਰੋਗਰਾਮ ਖਿੜਦੀਆਂ ਕਲੀਆਂ, ਜਿਵੇਂ ਕਿ ਦੀਨ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਨਿਮਾਣੀ ਜੀ ਕੋਸ਼ਿਸ਼ ਹੈ ਸਾਡੇ ਦੋਨਾਂ ਵੱਲੋਂ, ਤਾਂ ਕਿ ਜਿਹੜਾ ਯੂਥ ਹੈ, ਜੋ ਟੈਲੈਂਟਡ ਯੂਥ ਹੈ, ਜਿਹਦੇ 'ਚ ਹੁਨਰ ਭਰ ਕੇ ਭੇਜੇ ਪਰਮਾਤਮਾ ਨੇ, ਕੋਈ ਨਾ ਕੋਈ ਵੱਖਰੀ ਕਲਾ ਉਹਨਾਂ ਨੂੰ ਬਖਸ਼ੀ ਹੈ, ਉਸ ਕਲਾ ਨੂੰ ਆਪ ਸਭ ਦੇ ਰੂਬਰੂ ਲਿਆਂਦਾ ਜਾ ਸਕੇ, ਉਹਨਾਂ ਨੌਜਵਾਨਾਂ ਨੂੰ ਆਪ ਸਭ ਦੇ ਰੂਬਰੂ ਕੀਤਾ ਜਾ ਸਕੇ ਜਿਹੜੇ ਆਪਣੀ ਆਪਣੀ ਫੀਲਡ 'ਚ ਮਹਾਰਤ ਹਾਸਲ ਕਰ ਰਹੇ ਨੇ। ਹੈ ਉਹਨਾਂ ਦੇ ਵਿੱਚ ਟੈਲੈਂਟ ਹੈ, ਬਟ ਉਹਨਾਂ ਉਸ ਟੈਲੈਂਟ ਨੂੰ ਓਨਾ ਵੱਡਾ ਐਕਸਪੋਜ਼ਰ ਹਲੇ ਨਹੀਂ ਮਿਲਿਆ। ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਹੋਵੇਗੀ ਸਾਡੇ ਵੱਲੋਂ ਕਿ ਉਹਨਾਂ ਨੇ ਇੱਕ ਵੱਡਾ ਸਾਰਾ ਐਕਸਪੋਜ਼ਰ ਹੈ, ਜਿਹੜਾ ਇੱਕ ਵੱਡਾ ਸਾਰਾ ਪਲੇਟਫਾਰਮ ਹੈ, ਉਹ ਦਿੱਤਾ ਜਾਏ, ਤਾਂ ਕਿ ਉਹ ਖਿੜਦੀਆਂ ਕਲੀਆਂ ਫੁੱਲ ਬਣ ਸਕਣ ਤੇ ਆਪਣੇ ਇਸ ਚੌਗਿਰਦੇ ਨੂੰ, ਇਸ ਸਮਾਜ ਰੂਪੀ ਬਾਗ ਨੂੰ ਮਹਿਕਾ ਸਕਣ, ਉਸ 'ਚ ਆਪਣੀ ਖੁਸ਼ਬੂ ਖਿਲਾਰ ਸਕਣ। ਸੋ ਇਸੇ ਮੰਤਵ ਦੇ ਤਹਿਤ ਅੱਜ, ਜਿਵੇਂ ਕਿ ਦੀਨ ਨੇ ਦੱਸਿਆ, ਕਿ ਅਸੀਂ ਜਿਸ ਪਹਿਲੇ ਸ਼ੋਅ ਦੇ ਵਿੱਚ ਜਿਸ ਟੈਲੈਂਟਡ ਯੰਗ ਗਰਲ ਨੂੰ ਬੁਲਾਇਆ ਮਹਿਮਾਨ ਦੇ ਤੌਰ ਤੇ, ਉਹਨਾਂ ਦਾ ਨਾਮ ਹੈ ਸ਼ਹਿਨਾਜ਼ ਭਾਰਤੀ। ਸ਼ਹਿਨਾਜ਼ ਭਾਰਤੀ ਬਾਰੇ ਥੋੜਾ ਮੈਂ ਦੱਸਦੀ ਹਾਂ ਕਿ ਇਹ ਮਲੇਰਕੋਟਲਾ ਦੇ ਇਤਿਹਾਸਿਕ ਸ਼ਹਿਰ ਤੋਂ ਨੇ, ਜਿਹੜਾ
ਦੇ ਨਾਲ ਵੀ ਸ਼ਾਹੀ ਘਰਾਣੇ ਦੇ ਨਾਲ ਵੀ ਸੰਬੰਧਿਤ ਹੈ ਤੇ ਜਿਸ ਦਾ ਸੰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਹੈ। ਤੋ ਇਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਐਮਏ ਸਾਈਕੋਲੋਜੀ 'ਚ ਨੇ, ਉਸ ਤੋਂ ਬਾਅਦ ਜੌਬ 'ਚ ਨੇ। ਬਹੁਤ ਜ਼ਿਆਦਾ ਟੈਲੈਂਟ ਹੈ ਇਹਨਾਂ ਦੇ ਵਿੱਚ। ਇਹਨਾਂ ਦੇ ਟੈਲੈਂਟ ਨੂੰ ਅਸੀਂ ਜਾਣਾਂਗੇ, ਬਟ ਉਸ ਤੋਂ ਪਹਿਲਾਂ ਅਸੀਂ ਇਹਨਾਂ ਦੀ ਜੋ ਪ੍ਰਾਪਤੀਆਂ ਨੇ, ਜੋ ਕੁਝ ਇਹ ਕਰ ਚੁੱਕੇ ਨੇ, ਉਹਦੇ ਤੇ ਇੱਕ ਛੋਟੀ ਜਿਹੀ ਝਾਤ ਪਾਵਾਂਗੇ। ਤਾਂ ਮੈਂ ਗੁਜ਼ਾਰਿਸ਼ ਕਰਦੀ ਹਾਂ ਆਪਣੀ ਟੀਮ ਨੂੰ ਕਿ ਉਹ ਇਹਨਾਂ ਦੇ ਨਾਲ ਸੰਬੰਧਿਤ ਜੋ ਕਲਿੱਪਸ ਨੇ ਸਾਡੇ ਕੋਲ, ਉਹ ਸਾਡੇ ਦਰਸ਼ਕਾਂ ਨੂੰ ਸ਼ੇਰ ਹੁੰਦੇ ਨੇ ਇਹਨਾਂ ਦੇ। ਆਓ ਆਪਾਂ ਸੁਣਦੇ ਆ ਸ਼ਹਿਨਾਜ਼ ਭਾਰਤੀ ਜੀ ਦੀ। ਇਸ ਤੋਂ ਬਾਅਦ ਸੁਰਿੰਦਰ ਜੀ ਚੌਹਾਨ ਵੀਰ ਜੀ ਆ ਜਾਓ। ਉਹ ਕਰ ਲੈ ਤੁਸੀਂ ਬਣਾਓ। आपकी खिदमत में पेश कर रही हूँ। बहुत बढ़िया। ਸੋ ਦੋਸਤੋ, ਤੁਸੀਂ ਸਮਝ ਹੀ ਗਏ ਹੋਵੋਗੇ ਕਿ ਜਿਸ ਟੈਲੈਂਟਡ ਯੂਥ ਨੂੰ ਅੱਜ ਆਪਦੇ ਰੂਬਰੂ ਕਰ ਰਹੇ ਹਾਂ, ਸ਼ਹਿਨਾਜ਼ ਭਾਰਤੀ ਨੂੰ, ਉਹਨਾਂ ਦਾ ਟੈਲੈਂਟ ਹੈ ਕੀ। ਤੁਸੀਂ ਉਹਨਾਂ ਨੂੰ ਤਰਨਮ 'ਚ ਸੁਣਿਆ। ਔਰ ਇੱਕ ਹੋਰ ਗੱਲ ਦੱਸਾਂ ਮੈਂ ਕਿ ਇਹਨਾਂ ਦੇ ਜੋ ਤਰਨਮ 'ਚ ਬੋਲਿਆ, ਇੱਕ ਤੇ ਫਿਲਮੀ ਸੌਂਗ ਸੀ ਤੇ ਦੂਸਰਾ ਇਹਨਾਂ ਦੀ ਖੁਦ ਦੀ ਇੱਕ ਰਚਨਾ ਸੀ, ਨਜ਼ਮ ਸੀ। ਸੋ ਇਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਲਿਟਰੇਰੀ ਟੈਲੈਂਟ ਹੈ। ਔਰ ਲਿਖਦੇ ਨੇ, ਕਵਿਤਾ ਲਿਖਦੇ ਨੇ,
ਨਜ਼ਮ ਲਿਖਦੇ ਨੇ, ਗਜ਼ਲ ਲਿਖਦੇ ਨੇ, ਔਰ ਸੋਨੇ ਤੇ ਸੁਹਾਗਾ ਇਹ ਹੈ ਕਿ ਉਸ ਨੂੰ ਆਪਣੀ ਆਵਾਜ਼ ਦੇ ਵਿੱਚ ਗਾਉਂਦੇ ਵੀ ਨੇ, ਔਰ ਬਹੁਤ ਹੀ ਸੁਰੀਲੀ ਆਵਾਜ਼ ਹੈ। ਤੋ ਚਲਦੇ ਆ ਸ਼ਹਿਨਾਜ਼ ਭਾਰਤੀ ਵੱਲ, ਔਰ ਜਾਣਦੇ ਆ ਸ਼ਹਿਨਾਜ਼ ਤੋਂ ਕਿ ਉਹਨਾਂ ਦਾ ਬਚਪਨ ਕਿਵੇਂ ਸੀਗਾ, ਕਿੱਥੇ ਬਰਥ ਕਿਸ ਤਰੀਕੇ ਦੇ ਨਾਲ ਹੋਇਆ, ਕੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਚਪਨ ਤੋਂ ਹੀ ਸੀ। ਸੰਖੇਪ ਦੇ ਵਿੱਚ ਆਪਣੇ ਬਚਪਨ ਦੇ ਬਾਰੇ ਚ ਬਰੀਫ ਦੇ ਵਿੱਚ ਦੱਸੋ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ FM ਰੇਡੀਓ ਤੇ ਵਰਲਡ ਲਿਟਰੇਰੀ ਫੋਰਮ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਕੁਝ ਬੋਲਣ ਦਾ ਮੌਕਾ ਦਿੱਤਾ, ਆਪਣੇ ਬਾਰੇ ਦੱਸਣ ਦਾ ਮੌਕਾ ਦਿੱਤਾ। ਸੋ ਬਹੁਤ ਬਹੁਤ ਧੰਨਵਾਦ। ਤੁਹਾਡਾ ਬਰਥ ਜਿਵੇਂ ਮੈਂ ਦੱਸਿਆ ਕਿ ਮਲੇਰਕੋਟਲੇ ਦਾ ਬਰਥ ਹੈਗਾ, ਹਨਾ, ਕਿ ਤੁਹਾਨੂੰ ਇਹ ਜਿਹੜਾ ਲਿਖਣ ਦਾ ਤੁਹਾਡੇ ਅੰਦਰ ਟੈਲੈਂਟ ਹੈ ਉਹ ਬਚਪਨ ਤੋਂ ਹੀ ਸੀ, ਔਰ ਜਾਂ ਫਿਰ ਬਾਅਦ ਦੇ ਵਿੱਚ ਕੁਝ ਐਵੇਂ ਦੇ ਕਈ ਵਾਰੀ ਇਨਸੀਡੈਂਟਸ ਹੁੰਦੇ ਸਾਡੀ ਲਾਈਫ ਦੇ ਵਿੱਚ ਕਿ ਸਾਡਾ ਝੁਕਾਅ ਉਧਰਲੇ ਪਾਸੇ ਹੋ ਜਾਂਦਾ ਹੈ। ਕਿਸ ਤਰੀਕੇ ਦੇ ਨਾਲ, ਮਤਲਬ ਤੁਸੀਂ ਇੱਕ ਆਮ ਲੜਕੀ ਤੋਂ, ਇੱਕ ਆਮ ਬੱਚੇ ਤੋਂ ਹੈ ਜਿਹੜੀ ਉਹ ਕਵਿਤਰੀ ਸ਼ਹਿਨਾਜ਼ ਭਾਰਤੀ ਬਣ ਗਈ। ਸਭ ਤੋਂ ਪਹਿਲਾਂ ਤਾਂ ਮੇਰਾ ਜਨਮ ਜਿਹੜਾ ਹੋਇਆ ਉਹ ਮਲੇਰਕੋਟਲਾ ਸ਼ਹਿਰ ਦੇ ਵਿੱਚ ਹੋਇਆ ਹੈ। 25 ਸਤੰਬਰ 1996 ਵਿੱਚ ਮੇਰਾ ਜਨਮ ਹੋਇਆ ਹੈ। ਔਰ ਜਿਹੜਾ ਮੇਰਾ ਸ਼ਾਇਰੀ ਦਾ ਸ਼ੌਂਕ ਸੀਗਾ ਉਹ ਮੈਨੂੰ ਬਚਪਨ ਸਿੰਗਿੰਗ ਔਰ ਸ਼ਾਇਰੀ ਦਾ ਸ਼ੌਂਕ ਜਿਹੜਾ ਸੀ, ਲਿਖਣਾ ਸ਼ੁਰੂ ਕੀਤਾ ਮੈਂ 10th ਕਲਾਸ ਤੋਂ। ਓਕੇ। ਛੋਟੀ ਛੋਟੀਆਂ ਕਵਿਤਾਵਾਂ, ਗਜ਼ਲ ਇੰਝ ਲਿਖਾ ਕਰਦੀ ਸੀ, ਲੇਕਿਨ ਉਹ ਇੰਨਾ ਜ਼ਿਆਦਾ ਛੋਟਾ ਛੋਟਾ, ਜਿੱਦਾਂ ਆਪਾਂ ਕਹਿ ਲਈਏ ਕਿ ਕੋਈ ਬਹਿਰ ਨਹੀਂ ਬਣਦੀ ਸੀ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ। ਫਿਰ ਹੌਲੀ ਉਹਦੀ ਜਿਹੜਾ ਸੁਧਾਰ ਹੁੰਦਾ ਗਿਆ, ਲਿਖਦੀ ਗਈ, ਲਿਖ ਫਿਰ ਮੈਂ ਦਿਖਾਉਂਦੀ ਗਈ ਆਪਣੇ ਮੰਮਾ ਨੂੰ, ਆਪਣੇ ਬ੍ਰਦਰ ਨੂੰ, ਦੇਖੋ ਮੈਂ ਵੀ ਆਪਣੀ ਗਜ਼ਲ ਲਿਖੀ ਹੈ। ਲੇਕਿਨ ਉਹਨਾਂ ਨੂੰ ਇੰਨਾ ਇਹ ਨਹੀਂ ਸੀ ਹੁੰਦਾ, ਉਹਨਾਂ ਨੇ ਕਿਹਾ ਵੀ ਚਲੋ ਬੱਚੀ ਆ ਕੁਝ ਵੀ ਲਿਖੀ ਜਾਂਦੀ ਹੈ ਨਾ, ਲਿਖ ਦਿਖਾਈ ਜਾ ਰਹੀ ਹੈ ਨਾ, ਮਤਲਬ ਉਹਨਾਂ ਨੂੰ ਇੰਝ ਲੱਗਦਾ ਹੁੰਦਾ ਸੀਗਾ। ਔਰ ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲੀ ਜਿਹੜੀ ਮੈਂ ਗਜ਼ਲ ਲਿਖੀ ਸੀ ਉਹ ਆਪਣੇ ਮੰਮਾ ਦੇ ਉੱਪਰ ਲਿਖੀ ਸੀ। ਪੰਜਾਬੀ ਦੀ ਕਵਿਤਾ ਸੀ ਇੱਕ, ਤੂੰ ਇੱਥੋਂ ਹੋ ਕੇ ਮਾਂ ਦਿਲ ਨਹੀਂ ਲੱਗਦਾ, ਮੇਰੇ ਨੈਣਾਂ ਵਿੱਚੋਂ ਹੰਝੂਆਂ ਦਾ ਦਰਿਆ ਵਗਦਾ, ਸਾਡੀ ਕਾਤੋਂ ਇੰਨਾ ਪਰਦੇਸਾਂ ਨਾਲ ਖਹਿ ਗਈ, ਵਗਦੇ ਵਾਂਗ ਜਿੰਦ ਸਾਡੀ ਵਹਿ ਗਈ। ਵਾਹ ਮੇਰੇ ਪਿੱਛੇ ਵਕਤ ਸੀ ਗੁਜ਼ਾਰਿਆ, ਕਿੰਨਾ ਔਖਾ ਮੇਰੇ ਪਿੱਛੇ ਵਕਤ ਸੀ ਗੁਜ਼ਾਰਿਆ, ਕਹਿੰਦੀ ਸੀ ਹੋਈ ਅੱਖਾਂ ਦੇ ਤਾਰੇ, ਉਹ ਪੁੱਤ ਕੋਲੋਂ ਦੂਰ ਵਾਲੀ ਸੱਟ ਵੀ ਮਾਂ ਸਹਿ ਗਈ, ਵਗਦੇ ਵਾਂਗ ਜਿੰਦ ਸਾਡੀ ਵਹਿ ਗਈ। ਤੇ ਸ਼ਬੀਰ ਉੱਤੇ ਤੇਰੇ ਅਹਿਸਾਨ ਮਾਂ, ਰੱਬੀ ਤੇ ਸ਼ਬੀਰ ਉੱਤੇ ਤੇਰੇ ਅਹਿਸਾਨ ਮਾਂ, ਦੇਣ ਤੇਰਾ ਕਿਵੇਂ ਦਊ ਦੱਸ ਸ਼ਹਿਨਾਜ਼ ਮਾਂ, ਲੰਘੇ ਤੇਰੇ ਚਰਨਾਂ 'ਚ ਜੋ ਜਾਨ ਬਾਕੀ ਰਹਿ ਗਈ, ਵਗਦੇ ਪਾਣੀ ਵਾਂਗ ਜਿੰਦ ਸਾਡੀ ਵਹਿ ਗਈ। ਗੋਦੀ ਚੁੱਕ ਮੈਨੂੰ ਲੋਰੀਆਂ ਸੁਣਾਉਂਦੀ ਸੀ, ਗੋਦੀ ਚੁੱਕ ਮੈਨੂੰ ਲੋਰੀਆਂ ਸੁਣਾਉਂਦੀ ਸੀ, ਮਮਤਾ ਦੀ ਹੇਠਾਂ ਮਿੱਠੀ ਨੀਂਦ ਆਉਂਦੀ ਸੀ, ਉਹ ਰਾਤਾਂ ਚੈਨ ਵਾਲੀ ਨੀਂਦ ਸਾਰੀ ਲੈ ਗਈ, ਵਗਦੇ ਪਾਣੀ ਵਾਂਗ ਜਿੰਦ ਸਾਡੀ ਵਹਿ ਗਈ, ਵਗਦੇ ਪਾਣੀ ਵਾਂਗ ਜਿੰਦ ਸਾਡੀ ਵਹਿ ਗਈ। ਅੱਛਾ, ਇਹ ਮਤਲਬ ਤੁਹਾਡੀ ਪਹਿਲੀ ਰਚਨਾ ਜਿਹਨੂੰ ਆਪਾਂ ਕਹੀਏ ਕਿ ਜਿੱਥੋਂ ਲੱਗਿਆ ਸ਼ਹਿਨਾਜ਼ ਨੂੰ ਕਿ ਉਹ ਲਿਖ ਸਕਦੀ ਹੈ, ਹਨਾ, ਤਾਂ ਉਹ ਇਹ ਪਹਿਲੀ ਕਵਿਤਾ ਸੀਗੀ, ਔਰ ਪਹਿਲੀ ਕਵਿਤਾ ਹੀ ਸੀ ਮਾਂ ਨੂੰ ਡੈਡੀਕੇਟਡ ਸੀਗੀ। ਫਿਰ ਉਸ ਤੋਂ ਬਾਅਦ ਮਾਂ ਨੇ ਕੀ ਪ੍ਰਤੀਕਿਰਿਆ ਕੀਤੀ, ਮਾਂ ਦਾ ਕੀ ਰਿਐਕਸ਼ਨ ਸੀ ਜਦੋਂ ਮਾਂ ਨੇ ਇਹ ਪਹਿਲੀ ਕਵਿਤਾ ਸ਼ਹਿਨਾਜ਼ ਦੇ ਮੂੰਹੋਂ ਆਪਣੇ ਲਈ ਸੁਣੀ? ਜੀ, ਉਸ ਵਕਤ ਜਿਹੜੇ ਮਤਲਬ ਮੇਰੇ ਛੋਟੇ ਬ੍ਰਦਰ, ਉਹਨਾਂ ਨੂੰ ਹੋਸਟਲ ਦੇ ਵਿੱਚ ਸਕੂਲ ਪਾਇਆ ਗਿਆ ਸੀ ਪੜ੍ਹਨ ਦੇ ਲਈ, ਤੇ ਮੈਂ ਸਭ ਤੋਂ ਪਹਿਲਾਂ ਜਦੋਂ ਲਿਖਣਾ ਸ਼ੁਰੂ ਕੀਤਾ ਮੰਮਾ ਦੇ ਲਈ ਇਹ ਕਵਿਤਾ ਲਿਖਤੀ। ਪਹਿਲਾਂ ਤਾਂ ਮੈਂ ਛੋਟੀ ਛੋਟੀਆਂ ਗਜ਼ਲਾਂ ਕਵਿਤਾ ਉਂਝ ਲਿਖਦੀ ਰਹਿੰਦੀ ਸੀ, ਕੁਛ ਉਹਦੀ ਮਤਲਬ ਕਿ ਨਹੀਂ ਬਣਦੀ ਸੀ ਤੁਕ ਕਿ ਮੈਂ ਕੀ ਲਿਖਿਆ ਹੈ। ਉਹ ਜਦੋਂ ਸਭ ਤੋਂ ਪਹਿਲਾਂ ਮੈਂ ਕਵਿਤਾ ਲਿਖ ਕੇ ਆਪਣੇ ਮੰਮਾ ਨੂੰ ਸੁਣਾਈ, ਮੰਮਾ ਦੇਖੋ ਅੱਜ ਮੈਂ ਤੁਹਾਡੇ ਲਈ ਸਪੈਸ਼ਲੀ ਲਿਖਿਆ, ਤਾਂ ਉਹਨਾਂ ਨੇ ਬੜੇ ਗੌਰ ਦੇ ਨਾਲ ਮੈਨੂੰ ਕਹਿੰਦੇ ਸ਼ਹਿਨਾਜ਼ ਅੱਜ ਤੂੰ ਮੈਨੂੰ ਸੁਣਾਏਂਗੀ ਕਿ ਤੂੰ ਕੀ ਲਿਖਿਆ। ਜਦੋਂ ਮੈਂ ਮੰਮਾ ਨੂੰ ਸੁਣਾਇਆ, ਮੈਂ ਉਹਨਾਂ ਨੂੰ ਇਹਦੀ ਕੰਪੀਟੀਸ਼ਨ ਬਣਾ ਕੇ ਇਹਨੂੰ ਸਿੰਗਿੰਗ ਦੇ ਤੌਰ 'ਤੇ ਸੁਣਾਇਆ, ਤਾਂ ਮੇਰੇ ਮੰਮਾ ਇਹਨੂੰ ਸੁਣ ਕੇ ਮਤਲਬ ਕਿ ਉਹ
ਥੋੜੇ ਇਮੋਸ਼ਨਲ ਹੋ ਗਏ, ਉਹ ਰੋਣ ਲੱਗ ਪਏ। ਮਤਲਬ ਵੀ ਉਹਨਾਂ ਨੂੰ ਲੱਗਿਆ ਕਿ ਵਾਕਈ ਮੇਰੀ ਬੇਟੀ ਕੁਝ ਲਿਖ ਸਕਦੀ ਹੈ, ਤੇ ਉਹਨਾਂ ਨੇ ਮੈਨੂੰ ਏਦਾਂ ਫੜ ਕੇ ਮਤਲਬ ਕਿ ਆਪਣੇ ਗਲ ਨਾਲ ਲਾ ਲਿਆ ਤੇ ਬੜਾ ਰੋਏ ਸੁਣ ਕੇ ਹੋਏ। ਅੱਛਾ ਕਿਉਂਕਿ ਉਹਨਾਂ ਨੇ ਕਹਿੰਦੇ ਡੂੰਗੀ ਗੱਲ ਤੂੰ ਕਿੱਦਾਂ ਲਿਖ ਲਈ। ਬਸ ਮੈਂ ਉਹਨਾਂ ਨੂੰ ਕਿਹਾ ਮੰਮਾ ਮੈਂ ਤੁਹਾਨੂੰ ਦੇਖਦੇ ਹੋਏ ਇਹ ਸਾਰਾ ਲਿਖਿਆ। ਤਾਂ ਉਹਨਾਂ ਨੂੰ ਬੜਾ ਚੰਗਾ ਲੱਗਿਆ। ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਾਡੀ ਕੁੜੀ ਕੁਝ ਕਰ ਸਕਦੀ ਹੈ। ਔਰ ਉਸ ਤੋਂ ਬਾਅਦ ਸ਼ਹਿਨਾਜ਼ ਕਾਲਜ ਐਂਟਰ ਕੀਤਾ ਸ਼ਹਿਨਾਜ਼ ਨੇ, ਤੇ ਕਾਲਜ ਦੀ ਲਾਈਫ ਹੈ ਜਿਹੜੀ ਉਹ ਸਕੂਲ ਦੀ ਲਾਈਫ ਤੋਂ ਬਿਲਕੁਲ ਡਿਫਰੈਂਟ ਹੁੰਦੀ ਹੈ। ਉੱਥੇ ਤੁਹਾਨੂੰ ਡਿਫਰੈਂਟ ਅਪਰਚੁਨਿਟੀਜ਼ ਮਿਲਦੀਆਂ ਨੇ, ਹੈ ਨਾ। ਤੇ ਤੁਸੀਂ ਉਸ ਵੇਲੇ ਜਿਵੇਂ ਉੱਥੇ ਤਾਂ ਯੂਥ ਫੈਸਟੀਵਲਸ ਵੀ ਹੁੰਦੇ ਆ ਸਕੂਲਸ ਦੇ ਵਿੱਚ, ਉਸ ਟਾਈਮ ਜਿਸ ਟਾਈਮ ਤੁਸੀਂ 10th ਕੀਤੀ ਉਹ ਉਸ ਟਾਈਮ ਇੰਨਾ ਐਕਸਪੋਜ਼ਰ ਨਹੀਂ ਹੁੰਦਾ ਸੀ ਯੂਥ ਨੂੰ ਯੂਥ ਐਕਟੀਵਿਟੀਜ਼ 'ਚ ਜਾਣ ਦਾ, ਹੈ ਨਾ। ਜਦੋਂ ਕਾਲਜ ਦੇ ਵਿੱਚ ਗਏ ਤਾਂ ਕੀ ਫਿਰ ਸ਼ਹਿਨਾਜ਼ ਨੇ ਆਪਣੀ ਇਹ ਜਿਹੜੀ ਪੋਇਟੀਕਲ ਰੈਸੀਟੇਸ਼ਨ ਪੋਇਟਰੀ ਰਾਈਟਿੰਗ ਹੈ ਜਿਹੜੀ ਗਜ਼ਲ ਰਾਈਟਿੰਗ ਹੈ ਉਹਨੂੰ ਏਦਾਂ ਹੀ ਜਾਰੀ ਰੱਖਿਆ ਉਸ ਚੀਜ਼ ਨੂੰ, ਕੀ ਕਾਲਜ ਨੇ ਹੋਰ ਬੜਾਵਾ ਦਿੱਤਾ, ਕਾਲਜ ਜਾ ਕੇ ਹੋਰ ਪਾਲਿਸ਼ ਹੋਈ ਸ਼ਹਿਨਾਜ਼ ਦੀ ਰਾਈਟਿੰਗ? ਅਗਰ ਜਿਹੜੀ ਆਪਾਂ ਕਾਲਜ ਦੀ ਲਾਈਫ ਦੇਖੀਏ ਮੈਮ, ਕਾਲਜ ਲਾਈਫ ਦੇ ਵਿੱਚ ਮਤਲਬ ਸਕੂਲ ਕਾਲਜ ਦੇ ਵਿੱਚ ਨਾ ਬੱਚੇ ਦੀ ਰਾਈਟਿੰਗ ਵੱਲ ਜਾਂ ਬੱਚਾ ਰਾਈਟਰ ਹੈ ਇੰਨਾ ਜ਼ਿਆਦਾ ਨਹੀਂ ਦੇਖਿਆ ਗਿਆ ਸੀਗਾ। ਮਤਲਬ ਮੈਂ ਲਿਖਦੀ ਸੀ ਔਰ ਆਪਣਾ ਕੁਝ ਮੈਂ ਆਪਣੇ ਕਾਲਜ ਦੇ ਵਿੱਚ ਨਹੀਂ ਪੜ੍ਹਿਆ ਸੀ। ਮੈਂ ਹਮੇਸ਼ਾ ਜਦੋਂ ਕੋਈ ਯੂਥ ਫੈਸਟੀਵਲ ਹੁੰਦਾ ਸੀ ਜਾਂ ਫਿਰ ਸਿੰਗਿੰਗ ਕੰਪੀਟੀਸ਼ਨ ਹੁੰਦਾ ਸੀ ਕੁਝ ਵੀ, ਉਹਦੇ ਵਿੱਚ ਮੈਂ ਸਿੰਗਿੰਗ ਕਰਦੀ ਸੀ। ਮਤਲਬ ਕਿ ਹਰ ਕਲਚਰ ਐਕਟੀਵਿਟੀ ਦੇ ਵਿੱਚ ਮੈਂ ਹਿੱਸਾ ਲੈਂਦੀ ਸੀ। ਪਰ ਆਪਣੀ ਔਰ ਪੋਇਮ ਨਹੀਂ ਸੀ ਬੋਲਦੀ। ਪੋਇਮ ਨਹੀਂ, ਆਪਣੀ ਜਿਹੜੀ ਮੇਰੀ ਪੋਇਮ ਆ ਉਹ ਬਸ ਉਹ ਜਿਹੜੀ ਆਪਣੇ ਮੇਰੇ ਪਹਿਲੀ ਮੰਮਾ ਦੇ ਉੱਪਰ ਮੈਂ ਲਿਖੀ ਸੀਗੀ। ਸਿਰਫ ਮੈਂ ਉਹ ਕਵਿਤਾ ਇੱਕ ਵਾਰ ਬਸ ਉੱਥੇ ਬੋਲੀ ਸੀ, ਲੇਕਿਨ ਆਪਣੀ ਗਜ਼ਲ ਕਾਲਜ ਦੇ ਵਿੱਚ ਬੋਲਣ ਦਾ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਸੀ। ਕਿਉਂਕਿ ਫਿਰ ਗਜ਼ਲ ਦਾ ਮੌਕਾ ਇਸ ਲਈ ਨਹੀਂ ਮਿਲਿਆ ਸੀਗਾ ਕਿਉਂਕਿ ਯੂਥ ਫੈਸਟੀਵਲ ਦੇ ਵਿੱਚ ਇੱਕ ਟੌਪਿਕ ਮਿਲਿਆ ਜਾਂਦਾ ਕਿ ਬੱਚੇ ਨੇ ਕਿਸ ਤਰੀਕੇ ਦਾ ਫੋਕ ਗਾਣਾ ਜਾਂ ਕਲਾਸੀਕਲ ਗਾਣਾ ਜਾਂ ਹਿੰਦੀ ਗਾਣਾ, ਤਾਂ ਇਹੀ ਇੱਕ ਟੌਪਿਕ ਹੁੰਦੇ ਸੀ। ਉਹਦੇ ਵਿੱਚ ਪੋਇਟੀਕਲ ਰੈਸੀਟੇਸ਼ਨ ਦਾ ਵੀ ਹੁੰਦਾ ਕਿ ਤੁਸੀਂ ਪੋਇਟਰੀ ਆਪ ਉਸ ਟੌਪਿਕ ਤੇ ਲਿਖ ਸਕਦੇ ਹੋ, ਬਟ ਤੁਹਾਨੂੰ ਉਹ ਚੀਜ਼ ਨਹੀਂ ਮਿਲੀ ਉੱਥੇ, ਉਹ ਪਲੇਟਫਾਰਮ ਤੁਸੀਂ ਉਹ ਆਪਣੀ ਰਾਈਟਿੰਗ ਦੇ ਲਈ ਨਹੀਂ ਯੂਜ਼ ਕੀਤਾ, ਹੈ ਨਾ। ਫਿਰ ਕਿਵੇਂ ਸ਼ਹਿਨਾਜ਼ ਨੂੰ ਕਿਵੇਂ ਐਕਸਪੋਜ਼ਰ ਮਿਲਿਆ ਕਿ ਸ਼ਹਿਨਾਜ਼ ਕਵਿਤਾ ਲਿਖਣ ਲੱਗੀ, ਸ਼ਹਿਨਾਜ਼ ਨੂੰ ਜਿਹੜੇ ਪਰਫਾਰਮੈਂਸਿਸ ਦੇ ਲਈ ਹੈਗਾ ਜਿਹੜਾ ਉਹ ਬੁਲਾਇਆ ਜਾਣ ਲੱਗਿਆ, ਉਹ ਸ਼ਹਿਨਾਜ਼ ਕਦੋਂ ਬਣੀ ਸ਼ਹਿਨਾਜ਼ ਪਿਆਰ ਦੀ? ਉਹ ਜੀ ਤੁਹਾਨੂੰ ਉਹਨਾਂ ਬਾਰੇ ਵੀ ਮੈਂ ਦੱਸ ਦਿੰਦੀ ਹਾਂ ਮਤਲਬ ਕਿ ਕਿੰਨਾ ਬਦੌਲਤ ਨੇ ਤੁਹਾਨੂੰ ਡਾਇਰੈਕਟ ਕੀਤਾ, ਤੁਹਾਨੂੰ ਡਾਇਰੈਕਟ ਕੀਤਾ, ਕਿੰਨਾ ਨੇ ਤੁਹਾਨੂੰ ਸੇਧ ਦਿੱਤੀ ਜੀ ਕਿ ਮੈਂ ਸ਼ਹਿਨਾਜ਼ ਭਾਟੀ ਹੈ ਜੀ ਜਿਹੜੀ ਜੀ ਉਹਨੂੰ ਇੱਧਰ ਨੂੰ ਜਾਣਾ ਚਾਹੀਦਾ, ਕਿ ਕਾਲਜ ਦੇ ਵਿੱਚ ਤੁਹਾਨੂੰ ਉਹ ਪਲੇਟਫਾਰਮ ਨਹੀਂ ਮਿਲਿਆ? ਬਿਲਕੁਲ। ਦੇਖੋ ਮੈਮ ਜਿੰਨੇ ਵੀ ਮੇਰੇ ਪ੍ਰੋਫੈਸਰ ਸੀਗੇ ਉਹਨਾਂ ਨੂੰ ਸਭ ਨੂੰ ਪਤਾ ਸੀ ਕਿ ਸਾਡੀ ਸ਼ਹਿਨਾਜ਼ ਸਟੂਡੈਂਟ ਜਿਹੜੀ ਹੈਗੀ ਆ ਉਹ ਸਿੰਗਿੰਗ ਅੱਛੀ ਕਰ ਲੈਂਦੀ ਆ, ਹਰ ਕਲਚਰ ਐਕਟੀਵਿਟੀ ਦੇ ਵਿੱਚ ਅੱਗੇ ਹੈਗੀ ਆ। ਤਾਂ ਸਭ ਤੋਂ ਪਹਿਲਾਂ ਜਿਹੜਾ ਇਹ ਮੌਕਾ ਮੈਨੂੰ ਬਾਹਰ ਨਿਕਲਣ ਦਾ ਮਿਲਿਆ ਹੈ ਉਹ ਮੇਰੇ ਇਸਲਾਮੀਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਆਬਿਦਾ ਰਿਫਤ ਮੈਮ ਕੋਲੋਂ ਮਿਲਿਆ ਹੈ। ਅੱਛਾ। ਜਲੰਧਰ ਦੂਰਦਰਸ਼ਨ ਤੋਂ ਸਾਡੇ ਜਿਹੜੇ ਮੈਡਮ ਨੇ ਡਾਕਟਰ ਆਬਿਦਾ ਰਿਫਤ ਮੈਮ, ਉਹਨਾਂ ਨੂੰ ਮੌਕਾ ਮਿਲਿਆ ਜਲੰਧਰ ਦੂਰਦਰਸ਼ਨ ਤੇ ਆਪਣੀ ਰਿਕਾਰਡਿੰਗ ਕਰਨ ਦਾ। ਤਾਂ ਉਹ ਮੈਡਮ ਥੋੜਾ ਮਤਲਬ ਕਿ ਨਹੀਂ ਜਾ ਰਹੇ ਸੀਗੇ ਪ੍ਰੋਗਰਾਮ ਦੇ ਵਿੱਚ, ਤਾਂ ਉਹਨਾਂ ਨੇ ਸੋਚਿਆ ਕਿ ਸਾਡੀ ਸ਼ਹਿਨਾਜ਼ ਜਿਹੜੀ ਹੈਗੀ ਆ ਕਿ ਉਹ ਇਸ ਪ੍ਰੋਗਰਾਮ ਨੂੰ ਕਰ ਸਕਦੀ ਆ, ਉਹਨੂੰ ਇਸ ਕਰਨ ਦਾ ਪਤਾ ਹੈਗਾ ਕਿ ਪ੍ਰੋਗਰਾਮ ਕਿਵੇਂ ਹੋਏਗਾ ਜਾਂ ਉਸਦਾ ਸ਼ੌਕ ਹੈ। ਉਹਨਾਂ ਨੂੰ ਲੱਗਿਆ ਉਸ ਵਕਤ ਮੈਂ ਮੈਮ ਕਾਲਜ ਦੇ ਵਿੱਚੋਂ BA ਕਰ ਚੁੱਕੀ ਸੀ, ਮੈਂ MA 'ਚ ਐਡਮਿਸ਼ਨ ਮੇਰੀ ਹੋ ਚੁੱਕੀ ਸੀ, ਇਸ ਕਾਲਜ 'ਚੋਂ ਮੈਂ ਆ ਚੁੱਕੀ ਸੀ, ਲੇਕਿਨ ਫਿਰ ਵੀ ਮੇਰੇ ਜਿਹੜੇ ਪ੍ਰਿੰਸੀਪਲ ਮੈਮ ਨੇ ਉਹਨਾਂ ਨੇ ਮੈਨੂੰ ਯਾਦ ਰੱਖਿਆ। ਆਪਣਾ ਜਿਹੜਾ ਉਹ ਕੀਮਤੀ ਮੌਕਾ ਸੀ ਉਹ ਉਹਨਾਂ ਨੇ ਮੈਨੂੰ ਦਿੱਤਾ। ਮੇਰਾ ਨਾਮ ਆਪਣੇ ਨਾਮ ਦੀ ਜਗ੍ਹਾ ਉਹਨਾਂ ਨੇ ਮੇਰਾ ਨਾਮ ਜਲੰਧਰ ਦੂਰਦਰਸ਼ਨ ਭੇਜਿਆ ਤੇ ਜਲੰਧਰ ਦੂਰਦਰਸ਼ਨ ਮੇਰੀ ਪਹਿਲੀ ਰਿਕਾਰਡਿੰਗ ਹੋਈ। ਜਿਹੜਾ ਸਭ ਤੋਂ ਪਹਿਲਾ ਪ੍ਰੋਗਰਾਮ ਡਾਕਟਰ ਜਤਿੰਦਰ ਪ੍ਰਵਾਸ ਸਾਹਿਬ ਜੋ ਮੇਰੇ ਉਸਤਾਦ ਨੇ, ਮੇਰੀ ਸ਼ਾਇਰੀ ਦੇ ਉਸਤਾਦ ਨੇ, ਜਿਨ੍ਹਾਂ ਕੋਲੋਂ ਮੈਂ ਸ਼ਾਇਰੀ ਸਿੱਖੀ, ਉਹ ਪ੍ਰੋਗਰਾਮ ਨੂੰ ਹੋਸਟ ਕਰਦੇ ਪਏ ਸੀ। ਉਹਨਾਂ ਨੇ ਦੇਖਿਆ, ਉਹਨਾਂ ਨੇ ਮੇਰਾ ਪ੍ਰੋਗਰਾਮ ਕੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਕੁੜੀ ਦੇ ਵਿੱਚ ਕੁਝ ਟੈਲੈਂਟਡ ਹੈ ਜਾਂ ਇਹ ਕੁਝ ਕਰ ਸਕਦੀ ਹੈ। ਤਾਂ ਸ਼ਾਇਰੀ ਦੇ ਵਿੱਚ ਤਾਂ ਫਿਰ ਉਹਨਾਂ ਨੇ ਮੈਨੂੰ ਸ਼ਾਇਰੀ ਦੇ ਵਿੱਚ ਅੱਗੇ ਮੈਨੂੰ ਕੀਤਾ ਡਾਕਟਰ ਜਤਿੰਦਰ ਪ੍ਰਵਾਸ ਸਾਹਿਬ ਜੀ ਨੇ। ਜਤਿੰਦਰ ਪ੍ਰਵਾਸ ਖੁਦ ਉਰਦੂ ਸਾਹਿਤ ਅਕਾਦਮੀ ਹਰਿਆਣਾ ਦੇ ਵਿੱਚ ਨੇ ਨਾ? ਹਾਂਜੀ। ਮਤਲਬ ਉਹਨਾਂ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ, ਉਹਨਾਂ ਦੀ ਸੇਧ, ਉਹਨਾਂ ਦੀ ਡਾਇਰੈਕਸ਼ਨ ਲੈ ਕੇ ਤੁਸੀਂ ਚੱਲੇ, ਔਰ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਦਰਸ਼ਕੋ ਕਿ ਇੱਕ ਲੜਕੀ ਜਿਸਨੇ ਕਵਿਤਾ ਹਲੇ ਹੋਰ ਕਿਤੇ ਨਹੀਂ ਬੋਲੀ, ਆਪਣੀ ਕਵਿਤਾ ਕਿਤੇ ਨਹੀਂ ਬੋਲੀ, ਉਹ ਸਿੱਧੀ ਜਲੰਧਰ ਦੂਰਦਰਸ਼ਨ ਤੇ ਗਈ। ਤਾਂ ਐਵੇਂ ਦੇ ਬੱਚਿਆਂ ਨੂੰ ਜਦੋਂ ਐਕਸਪੋਜ਼ਰ ਮਿਲਦਾ, ਯੂਥ ਨੂੰ ਐਕਸਪੋਜ਼ਰ ਮਿਲਦਾ ਐਵੇਂ ਦਾ,
ਤੋ ਨਿਸ਼ਚਿਤ ਹੀ ਉਹਨਾਂ ਦੇ ਜਿਹੜੇ ਖੰਭ ਨੇ ਉਹ ਉਡਾਰ ਭਰਦੇ ਨੇ ਔਰ ਆਸਮਾਨ ਦੇ ਵਿੱਚ ਖੁੱਲਾ ਹੁੰਦਾ ਆਸਮਾਨ ਉਹਨਾਂ ਦੇ ਉੱਡਣ ਦੇ ਲਈ। ਉਸ ਤੋਂ ਬਾਅਦ ਸ਼ਹਿਨਾਜ਼ ਕੀ ਹੋਇਆ, ਇਹ ਤਾਂ ਸ਼ਹਿਨਾਜ਼ ਦਾ ਪਹਿਲਾ ਸਟੈਪ ਸੀ, ਜਿਹੜਾ ਪਹਿਲਾ ਸਟੈਪ ਹੀ ਬਹੁਤ ਜ਼ਿਆਦਾ ਵੱਡਾ ਸਟੈਪ ਮੈਂ ਮੰਨਦੀ ਹਾਂ ਕਿ ਕਦੇ ਉਹ ਆਪਣੀ ਨਜ਼ਮ ਆਪਣੀ ਕਵਿਤਾ ਕਾਲਜ ਦੀ ਸਟੇਜ ਤੇ ਨਹੀਂ ਬੋਲੀ, ਸਕੂਲ ਦੀ ਸਟੇਜ ਤੇ ਨਹੀਂ ਬੋਲੀ ਹੈਗੀ, ਸਿੱਧਾ ਜਲੰਧਰ ਦੂਰਦਰਸ਼ਨ ਤੇ ਬੋਲੀ। ਉਸ ਤੋਂ ਬਾਅਦ ਸ਼ਹਿਨਾਜ਼ ਦਾ ਸਫ਼ਰ ਕਿਵੇਂ ਦਾ, ਕਿਵੇਂ ਅੱਗੇ ਸ਼ਹਿਨਾਜ਼ ਭਾਰਤੀ ਪਹੁੰਚੇ? ਉਸ ਤੋਂ ਬਾਅਦ ਫਿਰ ਮੈਮ ਜਲੰਧਰ ਦੂਰਦਰਸ਼ਨ ਤੇ ਕੀ ਮੇਰਾ ਫਸਟ ਪ੍ਰੋਗਰਾਮ ਹੋਇਆ। ਉਸ ਤੋਂ ਬਾਅਦ ਮੈਨੂੰ ਸੈਕਿੰਡ ਪ੍ਰੋਗਰਾਮ ਦੇ ਵਿੱਚ ਬੁਲਾਇਆ ਗਿਆ, ਫਿਰ ਮੇਰਾ ਥਰਡ ਪ੍ਰੋਗਰਾਮ ਹੋਇਆ ਔਰ ਉਸ ਤੋਂ ਬਾਅਦ ਕਮ ਸੇ ਕਮ ਮੇਰੇ ਜਲੰਧਰ ਦੂਰਦਰਸ਼ਨ ਦੇ ਜਿਹੜੇ ਹੈਗੇ ਨੇ 5 ਪ੍ਰੋਗਰਾਮ ਹੋ ਚੁੱਕੇ ਨੇ ਹੁਣ ਤੱਕ ਦੇ। ਔਰ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਸਭ ਤੋਂ ਪਹਿਲਾ ਸ਼ਾਇਰੀ ਤੋਂ ਬਾਅਦ ਜਲੰਧਰ ਦੂਰਦਰਸ਼ਨ ਦੀ ਰਿਕਾਰਡਿੰਗ ਤੋਂ ਬਾਅਦ ਮੇਰਾ ਪਹਿਲਾ ਪ੍ਰੋਗਰਾਮ ਸੀਗਾ ਜਲੰਧਰ ਦੇ ਵਿੱਚ ਮੁਹੰਮਦ ਰਫੀ ਨਾਈਟ ਦੇ ਵਿੱਚ, ਜਿੱਥੋਂ ਮੈਨੂੰ ਮੁਹੰਮਦ ਰਫੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਜੀ। ਜਿਸ ਨਜ਼ਮ ਦੇ ਲਈ, ਜਿਸ ਰਚਨਾ ਦੇ ਲਈ ਤੁਹਾਨੂੰ ਉੱਥੇ ਸਨਮਾਨਿਤ ਕੀਤਾ ਗਿਆ, ਉਹ ਕਿਹੜੀ ਸੀ? ਅਸੀਂ ਚਾਹਾਂਗੇ ਕਿ ਤੁਸੀਂ ਉਹ ਰਚਨਾ ਸਾਡੇ ਨਾਲ ਸਾਨੂੰ ਸੁਣਾਓ, ਸਾਡੇ ਦਰਸ਼ਕਾਂ ਸੁਣਨਾ ਚਾਹਣਗੇ ਜਿਹਦੇ ਲਈ ਤੁਹਾਨੂੰ ਅਵਾਰਡ ਮਿਲਿਆ। ਜੀ ਬਿਲਕੁਲ ਮੈਮ, ਮੈਂ ਤੁਹਾਡੇ ਸਾਹਮਣੇ ਆਪਣੀ ਗਜ਼ਲ ਸੁਣਾਉਣ ਜਾ ਰਹੀ ਹਾਂ। हमारी तुम्हारी नजर मिल रही है, हमारी तुम्हारी नजर मिल रही है, जमाने को सारी खबर मिल रही है, ज़माने को सारी खबर मिल रही है। मुझे और कुछ भी नहीं चाहिए फिर, मुझे और कुछ भी नहीं चाहिए फिर, तुम्हारी मोहब्बत अगर मिल रही है। क्या बात है, क्या बात है, क्या मोहब्बत अगर मिल रही है, उधर मेरी मंजिल, उधर मेरा रास्ता, उधर मेरी मंजिल, उधर मेरा रास्ता, मुझे उसकी खुशबू जिधर मिल रही है, मुझे उस खुशबू जिधर मिल रही है, करे कैसे ख्वाहिश वो हर एक पूरी, करे कैसे ख्वाहिश वो हर एक पूरी, जिसे जिंदगी मुख्तसर मिल रही है, जिसे जिंदगी मुख्तसर मिल रही है। ये जादू गजल का है शहनाज सारा, ये जादू गजल का
महफिल में सादे हुनर मिल रही वाह 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 शहनाज। महफिल में सादे हुनर मिल रही है हमारी तुम्हारी नजर मिल रही है जमाने को सारी खबर मिल रही है जमाने को सारी खबर मिल रही है वाह वाह, बहुत खूब शहनाज। और वाकई जमाने को सारी खबर मिल रही है कि शहनाज में बहुत टैलेंट है, और शहनाज में फूट फूट के टैलेंट भरा हुआ है। और शहनाज ने अपने जेड़े खंभ ने ਉਹ फैला के आसमान च बहुत उच्ची उडारी ला लैनी है। जमाने ਨੂੰ खबर मिल रही है, सचमुच मिल रही है। ਨੋਰਮਲੀ ਆਪਾਂ ਦੇਖਦੇ ਆ ਕਿ ਜਿਹੜੇ ਲੋਕ ਲਿਖਦੇ ਆ ਨਾ, ਕਵਿਤਾ ਲਿਖਦੇ ਆ, ਨਜ਼ਮ ਲਿਖਦੇ ਆ, ਹਨਾ, ਪੋਇਟਰੀ ਲਿਖਦੇ ਆ ਜਾਂ ਕੁਝ ਵੀ ਲਿਖਦੇ ਆ ਇਸ ਤਰੀਕੇ ਨਾਲ, ਤਾਂ ਉਹਨੂੰ ਬਹੁਤ ਘੱਟ ਹੁੰਦਾ ਜਿਹੜੇ ਤਰਨਮ ਚ ਗਾਉਂਦੇ ਆ। ਤੇ ਫਿਰ ਤਰਨਮ ਦੇ ਵਿੱਚ ਵੀ ਇੰਨੀ ਮਿੱਠੀ ਆਵਾਜ਼ ਹੋਣਾ, ਚਲੋ ਮਿੱਠੀ ਆਵਾਜ਼ ਤੇ ਪਰਮਾਤਮਾ ਦੀ ਦੇਣ ਹੈ। ਤੁਹਾਨੂੰ ਕਿਉਂ ਲੱਗਦਾ ਕਿ ਤੁਸੀਂ ਤਰਨਮ ਦੇ ਵਿੱਚ ਹੀ ਗਾਓ ਤੇ ਤਰਨਮ ਦੇ ਵਿੱਚ ਵੀ ਤਰਨਮ ਚ ਆਪਣੀ ਜਿਹੜੀ ਰਚਨਾ ਹੈ ਉਹਨੂੰ ਪੇਸ਼ ਕਰੋ? ਔਰ ਤੁਸੀਂ, ਮਤਲਬ ਮੈਨੂੰ ਏਦਾਂ ਲੱਗਦਾ ਕਿ ਲਿਖਣ ਦੇ ਨਾਲ ਇੱਕ ਅੱਛੇ ਸਿੰਗਰ ਵੀ ਹੋ। ਕਦੀ ਏਦਾਂ ਇਹ ਚੀਜ਼ ਨਹੀਂ ਲੱਗੀ ਤੁਹਾਨੂੰ ਕਿ ਹਾਂ ਤੁਹਾਨੂੰ ਇਸ ਫੀਲਡ ਦੇ ਵਿੱਚ, ਸਿੰਗਿੰਗ ਦੇ ਵਿੱਚ ਜਾਣਾ ਚਾਹੀਦਾ? ਜੀ ਮੈਮ, ਸਿੰਗਿੰਗ ਦਾ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਮੈਂ ਸਿੰਗਿੰਗ ਕਰਾਂ, ਸਿੰਗਰ ਬਣਾ। ਲੇਕਿਨ ਸਿੰਗਿੰਗ ਜਿਹੜੀ ਮੇਰੀ ਹੈਗੀ ਆ ਉਹ ਮੈਂ ਸਕੂਲ ਜਾਂ ਕਾਲਜ ਦੇ ਕੰਪੀਟੀਸ਼ਨ, ਯੂਥ ਫੈਸਟੀਵਲ ਦੇ ਵਿੱਚ ਹੀ ਕੀਤੀ ਹੈ। ਸਿੰਗਿੰਗ ਮੈਂ ਸਕੂਲ ਜਾਂ ਕਾਲਜ ਤੋਂ ਬਾਹਰ ਜੈਸੇ ਕਿ ਸਟੇਜ ਦੇ ਉੱਪਰ ਮੈਂ ਉਂਝ ਸਿੰਗਿੰਗ ਨਹੀਂ ਕੀਤੀ, ਕਿਉਂਕਿ ਸਿੰਗਿੰਗ ਦਾ ਸ਼ੌਂਕ ਮੈਨੂੰ ਬਹੁਤ ਜ਼ਿਆਦਾ ਸੀ। ਮੇਰੇ ਜਿਹੜੇ ਬ੍ਰਦਰ ਹੈ ਉਹ ਵੀ ਮਿਊਜ਼ਿਕ ਟੀਚਰ, ਖੁਦ ਮਿਊਜ਼ਿਕ ਟੀਚਰ ਸੀ। ਲੇਕਿਨ ਮਤਲਬ ਕਿ ਕੁਛ ਹੁੰਦਾ ਫੈਮਲੀਜ਼ ਦੇ ਵਿੱਚ ਕਿ ਸਾਡੀਆਂ ਕੁੜੀਆਂ ਸਟੇਜ ਦੇ ਉੱਪਰ ਨਾ ਗਾਣ, ਜਾਂ ਫਿਰ ਉਹਨਾਂ ਨੂੰ ਕੁੜੀਆਂ ਸਟੇਜ ਦੇ ਉੱਪਰ ਗਾਉਂਦੀਆਂ ਚੰਗੀਆਂ ਨਹੀਂ ਲੱਗਦੀਆਂ। ਤੇ ਇਹ ਮੇਰੇ ਜਿਹੜੇ ਮੰਮੀ ਡੈਡੀ ਸੀਗੇ ਉਹਨਾਂ ਦੀ ਬੜੀ ਸਪੋਰਟ ਸੀਗੀ ਮੈਨੂੰ ਕਿ ਸਾਡੀ ਕੁੜੀ ਅੱਗੇ ਵਧੇ। ਲੇਕਿਨ ਮੇਰੇ ਜਿਹੜੇ ਬ੍ਰਦਰ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਕਿ ਕੁੜੀਆਂ ਦਾ ਗਾਉਣਾ ਚੰਗਾ ਨਹੀਂ ਲੱਗਦਾ। ਖੈਰ ਉਹ ਪਰ ਤੁਹਾਡਾ ਤਾਂ ਹੁਣ ਤੁਸੀਂ ਇਹ ਦੇਖੋ ਕਿ ਇਹ ਚੀਜ਼ ਦਿਖ ਰਹੀ ਹੈ। ਇਹ ਜਦੋਂ ਤੁਸੀਂ ਗਾਉਂਦੇ ਹੋ, ਆਪਣੀ ਰਚਨਾ ਪੇਸ਼ ਕਰਦੇ ਹੋ, ਤਾਂ ਤੁਸੀਂ ਗਾ ਵੀ ਰਹੇ ਹੋ, ਦੁਨੀਆ ਨੂੰ ਪਤਾ ਲੱਗ ਰਿਹਾ ਕਿ ਸ਼ਹਿਨਾਜ਼ ਇਜ਼ ਅ ਗੁੱਡ ਸਿੰਗਰ। ਫਿਰ ਮਤਲਬ ਕਿ ਰਿਸਟ੍ਰਿਕਸ਼ਨ ਹੈ ਕਿ ਅਗਰ ਕੋਈ ਅਪਰਚੁਨਿਟੀ ਮਿਲਦੀ ਹੈ, ਐਵੇਂ ਦੀ ਕੋਈ ਮੌਕਾ ਆਉਂਦਾ ਤੁਹਾਨੂੰ, ਐਵੇਂ ਦਾ ਕੋਈ ਆਫਰ ਆਉਂਦੀ ਹੈ, ਕੀ ਫਿਰ ਸ਼ਹਿਨਾਜ਼ ਦੀ ਫੈਮਿਲੀ ਸ਼ਹਿਨਾਜ਼ ਨੂੰ ਅਲਾਉ ਨਹੀਂ ਕਰੇਗੀ? ਸ਼ਹਿਨਾਜ਼ ਦਾ ਦਿਲ ਕਰਦਾ ਹੋਏ ਕਿ ਸ਼ਹਿਨਾਜ਼ ਜਾਵੇ, ਗਾਣਾ ਕਰੇ ਇਸ ਤਰੀਕੇ ਨਾਲ, ਸ਼ਹਿਨਾਜ਼ ਕੋਲ ਹੈ ਟੈਲੈਂਟ ਹੈ ਸ਼ਹਿਨਾਜ਼ ਦੀ ਆਵਾਜ਼ ਚ, ਕੀ ਫੈਮਿਲੀ ਫਿਰ ਰਿਸਟ੍ਰਿਕਸ਼ਨਸ ਕਰੇਗੀ ਸ਼ਹਿਨਾਜ਼ ਲਈ? ਜੀ ਦੇਖੋ ਮੈਮ, ਜਦੋਂ ਮੈਂ ਪਹਿਲਾਂ ਮਤਲਬ ਕਿ ਕਦੇ ਜਦੋਂ ਮੈਨੂੰ ਕੋਈ ਰਿਐਲਿਟੀ ਸ਼ੋਅ ਦੇ ਵਿੱਚੋਂ ਕਾਲ ਆਉਂਦੀ ਸੀ ਕਿ ਮੈਮ ਤੁਹਾਨੂੰ ਇਸ ਸ਼ੋਅ ਦੇ ਵਿੱਚ ਅਸੀਂ ਬੁਲਾਉਣਾ ਹੈਗਾ ਜਾਂ ਤੁਹਾਡੇ ਕੋਲੋਂ ਕੰਪੀਟੀਸ਼ਨ ਕਰਵਾਉਣਾ, ਉਸ ਵਕਤ ਮੇਰੇ ਬ੍ਰਦਰ ਹਰ ਵਾਰ ਮੈਨੂੰ ਮਨਾ ਕਰ ਦਿੰਦੇ ਸੀਗੇ, ਕਹਿੰਦੇ ਨਹੀਂ ਤੈਨੂੰ ਸਿੰਗਿੰਗ ਵਿੱਚ ਨਹੀਂ ਜਾਣ ਦੇਣਾ, ਕਿ ਮੈਨੂੰ ਚੰਗਾ ਨਹੀਂ ਲੱਗਦਾ ਕਿ ਕੁੜੀਆਂ ਸਟੇਜ ਤੇ ਗਾਣ। ਤੇ ਹੌਲੀ ਹੌਲੀ ਫਿਰ ਜਦੋਂ ਤਾਂ ਮੈਂ ਥੋੜਾ ਮਨ ਉਦਾਸ ਹੋ ਜਾਂਦਾ ਕਿ ਮੇਰਾ ਸੁਪਨਾ ਹੈ, ਜਾਂ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਕਰ ਸਕਦੀ ਹੈਗੀ ਹਾਂ, ਲੇਕਿਨ ਉਹਦੇ ਵਿੱਚ ਮੇਰੇ ਬ੍ਰਦਰ ਮੈਨੂੰ ਸਪੋਰਟ ਨਹੀਂ ਕਰਦੇ ਸੀ। ਤੇ ਫਿਰ ਜਦੋਂ ਮੈਂ ਕਾਲਜ ਦੇ ਵਿੱਚ ਸਭ ਤੋਂ ਪਹਿਲੀ ਵਾਰ ਮੇਰੇ ਬ੍ਰਦਰ ਮੇਰੀ ਕਾਲਜ ਦੇ ਵਿੱਚ ਮਿਊਜ਼ਿਕ ਟੀਚਰ ਬਣ ਕੇ ਆਏ, ਇਸਲਾਮੀਆ ਕਾਲਜ ਦੇ 26 ਜਨਵਰੀ ਨੂੰ ਮੇਰਾ ਇੱਕ ਗਾਣਾ, ਜਦੋਂ ਮੈਂ ਲਤਾ ਮੰਗੇਸ਼ਕਰ ਜੀ ਦਾ ਗਾਣਾ ਗਾਇਆ ਸੀ, ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਣੀ, ਉਹਦੇ ਤਬਲਾ ਪਲੇ ਕੀਤਾ ਸੀਗਾ। ਤਾਂ ਉਦੋਂ ਮੇਰੇ ਭਰਾ ਨੂੰ ਲੱਗਿਆ ਕਿ ਮੇਰੀ ਭੈਣ ਕੁਝ ਗਾ ਸਕਦੀ ਹੈ। ਉਦੋਂ ਜਦੋਂ ਉਹਨਾਂ ਨੇ ਗਾਉਂਦੇ ਸੁਣਿਆ ਤਾਂ ਉਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਵਾਕਈ ਮੇਰੀ ਭੈਣ ਗਾ ਸਕਦੀ ਹੈ। ਮਤਲਬ ਉਹਨਾਂ ਨੇ ਮੈਨੂੰ ਖੁਦ ਕਿਹਾ ਕਿ ਨਹੀਂ ਨਾ, ਕਿ ਸ਼ਨਾਜ਼ ਮੈਂ ਹੁਣ ਤੈਨੂੰ ਮਨਾ ਨਹੀਂ ਕਰਾਂਗਾ ਗਾਉਣ ਦੇ ਲਈ। ਤੇ ਉਸ ਤੋਂ ਬਾਅਦ
ਸਮਾਂ ਆ ਗਿਆ ਕਿ ਹਰ ਵਾਰ ਮੈਂ ਜਦੋਂ ਵੀ ਮੈਨੂੰ ਕੋਈ ਰਿਐਲਿਟੀ ਸ਼ੋਅ ਤੋਂ ਮੌਕਾ ਮਿਲਦਾ ਤੇ ਮੇਰੇ ਬ੍ਰਦਰ ਹੁਣ ਮੈਨੂੰ ਇਹ ਗੱਲ ਕਹਿੰਦੇ ਕਿ ਸ਼ਹਿਨਾਜ਼ ਜਿੰਨੀ ਜਲਦੀ ਹੋ ਸਕੇ ਤੁਸੀਂ ਇਸ ਫੋਰਮ ਨੂੰ ਭਰੋ, ਤੁਸੀਂ ਅੱਛਾ। ਇੱਥੇ ਟਰਾਈ ਕਰੋ, ਤੁਸੀਂ ਇੱਥੇ ਆਡੀਸ਼ਨ ਦਿਓ, ਹੁਣ ਮੈਂ ਤੁਹਾਡੇ ਨਾਲ ਆ। ਜਦੋਂ ਉਹਨਾਂ ਨੂੰ Okay. ਲੱਗਿਆ ਕਿ ਕੁੜੀ ਨੂੰ ਉੱਥੋਂ ਵੀ ਮੈਡਲ ਲੈ ਕੇ ਆ ਰਹੀ ਹੈ, ਇੱਥੋਂ ਵੀ ਮਾਣ ਸਨਮਾਨ ਲੈ ਕੇ ਆ ਰਹੀ ਆ, ਉਦੋਂ ਮੇਰੇ ਭਰਾ ਨੂੰ ਲੱਗਿਆ ਕਿ ਨਹੀਂ, ਮੈਨੂੰ ਆਪਣੀ ਭੈਣ ਨੂੰ ਰੋਕਣਾ ਨਹੀਂ ਚਾਹੀਦਾ ਇਹ ਕੰਮ ਕਰਨ ਤੋਂ। ਤਾਂ ਉਸ ਤੋਂ ਬਾਅਦ ਉਹਨੇ ਮੈਨੂੰ ਸਪੋਰਟ ਕੀਤਾ। ਉਦੋਂ ਪਹਿਲਾਂ ਉਹ ਮੈਨੂੰ ਸਪੋਰਟ ਨਹੀਂ ਕਰਦੀ ਸੀ। ਮੈਂ ਕਿੰਨੇ ਜਿਹੜੇ ਆਪਣੇ ਸ਼ੋਅ ਸੀਗੇ ਆਪਣੇ ਭਰਾ ਦੇ ਡਰ ਤੋਂ ਉਹ ਛੱਡ ਦਿੰਦੀ ਸੀ ਕਿ ਨਹੀਂ, ਮੈਂ ਨਹੀਂ ਕਰਨਾ ਹੈਗਾ। ਮਤਲਬ ਹੁਣ ਫੈਮਿਲੀ ਦੀ ਪੂਰੀ ਸਪੋਰਟ ਹੈ, ਪੂਰੀ ਬ੍ਰਦਰ ਦੀ ਹੈ ਨਾ, ਮਦਰ ਫਾਦਰ ਸਭ ਦੀ ਸਪੋਰਟ ਹੈ। ਹਾਂਜੀ, ਤੇ ਬਿਲਕੁਲ। ਇਸ ਤੋਂ ਬਿਨਾਂ ਸ਼ਹਿਨਾਜ਼ ਕਿੰਨਾ ਮਹਿਫਿਲਾਂ ਦੇ ਵਿੱਚ ਜਾ ਚੁੱਕੇ ਨੇ, ਆਪਣੀ ਕਲਾ ਦੀ ਜ਼ੋਹਰ ਦਿਖਾ ਚੁੱਕੇ ਨੇ, ਤੁਸੀਂ ਜਾਣਨਾ ਚਾਹਾਂਗੇ? ਮੈਮ ਅਗਰ ਦੀ ਗੱਲ ਕਰੀਏ ਉਹ ਮਤਲਬ ਕਿ ਮੈਂ ਹੁਣ ਤੱਕ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਸਦਕਾ ਕਾਫੀ ਪ੍ਰੋਗਰਾਮ ਮੇਰੇ ਜਿਹੜੇ ਹੋ ਚੁੱਕੇ ਹੈ। ਅੱਛਾ। ਮਤਲਬ ਹਰ ਚੰਡੀਗੜ੍ਹ ਦੇ ਵਿੱਚ, ਮਲੇਰਕੋਟਲਾ ਦੇ ਵਿੱਚ, ਲੁਧਿਆਣਾ ਦੇ ਵਿੱਚ, ਜਲੰਧਰ ਦੇ ਵਿੱਚ, ਨੋਇਡਾ ਦੇ ਵਿੱਚ, ਮਤਲਬ ਕਿ ਫੋਰਨ ਕੰਟਰੀਜ਼ ਦੇ ਵਿੱਚ ਵੀ ਮੇਰੇ ਪ੍ਰੋਗਰਾਮ ਜਿਹੜੇ ਹੁਣ ਅੱਜ ਕੱਲ੍ਹ ਹੋ ਰਹੇ ਨੇ। ਅੱਛਾ। ਇਸ ਤੋਂ ਬਿਨਾਂ ਕਿ ਮਤਲਬ ਤੁਸੀਂ ਜੋ ਲਿਖਦੇ ਹੋ ਕਿ ਇਹ ਪ੍ਰਕਾਸ਼ਿਤ ਵੀ ਹੁੰਦਾ ਹੈ, ਛਪਦੀਆਂ ਵੀ ਨੇ ਤੁਹਾਡੀਆਂ ਜਿਹੜੀਆਂ ਰਚਨਾਵਾਂ ਨੇ ਕਿਤੇ, ਜਾਂ ਤੁਸੀਂ ਆਪਣੀ ਬੁੱਕ ਹੈ ਜਿਹੜੀ ਉਹ ਵੀ ਇਹਦੇ ਲਈ ਪ੍ਰਕਾਸ਼ਿਤ ਕਰ ਚੁੱਕੇ ਹੋ, ਆਪਣੀਆਂ ਲਿਖੀਆਂ ਹਾਂਜੀ, ਰਚਨਾਵਾਂ ਦੀ ਕੋਈ ਬੁੱਕ ਵੀ ਆ ਚੁੱਕੀ ਤੁਹਾਡੀ? ਬੁੱਕ ਜਿਹੜੀ ਮੈਮ ਮੇਰੀ ਹੈਗੀ ਆ, ਮਤਲਬ ਕਿ ਬੁੱਕ ਮੇਰੀ ਆਉਣ ਦੇ ਵਿੱਚ ਸਿਰਫ 2 ਜਾਂ 3 ਮਹੀਨੇ ਬਚੇ ਹੈ ਮੇਰੀ ਬੁੱਕ ਆਉਣ ਦੇ ਵਿੱਚ। ਓਕੇ, ਗੁੱਡ। ਹਾਂਜੀ, ਸ਼ੁਕਰੀਆ। ਔਰ ਬਾਕੀ ਮੈਗਜ਼ੀਨ ਦੇ ਵਿੱਚ, ਰਸਾਲਿਆਂ ਦੇ ਵਿੱਚ, ਕਿਤਾਬਾਂ ਦੇ ਵਿੱਚ, ਨਿਊਜ਼ਪੇਪਰਸ ਦੇ ਵਿੱਚ ਅਕਸਰ ਰੋਜ਼ ਗਜ਼ਲਾਂ ਛਪਦੀਆਂ ਰਹਿੰਦੀਆਂ ਨੇ ਮੈਮ। ਅੱਛਾ, ਗੁੱਡ। ਤੇ ਇਸ ਤੋਂ ਬਿਨਾਂ ਸ਼ਹਿਨਾਜ਼ ਜੋ ਲਿਖਦੇ ਨੇ, ਸ਼ਹਿਨਾਜ਼ ਗਾਉਂਦੇ ਨੇ, ਇਹਦੇ ਤੋਂ ਬਿਨਾਂ ਵੀ ਸ਼ਹਿਨਾਜ਼ ਦੇ ਵਿੱਚ ਕੋਈ ਐਸਾ ਟੈਲੈਂਟ ਹੈ ਜਿੱਥੇ ਸ਼ਹਿਨਾਜ਼ ਆਪਣੇ ਆਪ ਨੂੰ ਦੇਖਦੀ ਹੈ ਕਿ ਇਹ ਚੀਜ਼ ਹੈ ਜਿਹੜੀ ਉਹ ਦੁਨੀਆ ਦੇ ਸਾਹਮਣੇ ਹੋਣੀ ਚਾਹੀਦੀ ਹੈ, ਮੇਰੇ ਵਿੱਚ ਇਹ ਚੀਜ਼ ਵੀ ਹੈਗੀ ਆ? ਜ਼ਿਆਦਾਤਰ ਮੈਮ ਮੇਰਾ ਜਿਹੜਾ ਹੈਗਾ ਉਹ ਮੇਰਾ ਸਿੰਗਿੰਗ ਦਾ ਹੀ ਹੈ ਔਰ ਗਜ਼ਲ ਦਾ ਹੈ ਕਿ ਮੈਂ ਇੱਕ ਅੱਛੀ ਸਿੰਗਰ ਬਣਾ ਔਰ ਮੈਂ ਆਪਣੀ ਗਜ਼ਲ ਨੂੰ ਗਾਵਾਂ, ਆਪਣੀ ਲਿਖੀ ਹੋਈ ਗਜ਼ਲ ਨੂੰ ਗਾਵਾਂ। ਮਤਲਬ ਮੈਨੂੰ ਹੋਰ ਨਹੀਂ ਕਿ ਮੈਂ ਜਿਹੜੀ ਗਜ਼ਲਾਂ ਮੇਰੀਆਂ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਦੇ ਵਿੱਚ, ਅੱਛੀ ਕੰਪੋਜੀਸ਼ਨ ਦੇ ਵਿੱਚ ਬਣਾ ਕੇ ਮੈਂ ਉਹਨਾਂ ਨੂੰ ਗਾਵਾਂ। ਮਤਲਬ ਬਸ ਮੈਨੂੰ ਇਹੀ ਹੈ ਕਿ ਵੱਡੀ ਵੱਡੀਆਂ ਮੈਂ शहनाज राइटर भी है, शहनाज सिंगर भी है, शहनाज कंपोजर भी है। शहनाज इज 3 in 1। शुक्रिया मैम। शहनाज इज 3 in 1। तो अच्छा ਇਹ ਦੇਖੋ ਸ਼ਹਿਨਾਜ਼, ਮੰਨ ਲਓ ਤੁਹਾਨੂੰ ਕੱਲ ਨੂੰ ਕੋਈ ਆਫਰ ਆਉਂਦੀ ਹੈ ਕਿ ਤੁਸੀਂ ਸਾਡੀ, ਮੰਨ ਲਓ ਆਪਾਂ ਇਹ ਸੋਚ ਲਈਏ ਕਿ ਕਿਸੇ ਫਿਲਮ ਦੀ ਆਫਰ ਆਉਂਦੀ ਹੈ ਜਾਂ ਕਿਸੇ ਕੰਪਨੀ ਦੀ ਆਫਰ ਆਉਂਦੀ ਹੈ, ਤਾਂ ਸ਼ਹਿਨਾਜ਼ ਉਸ ਨੂੰ ਮੰਨ ਲੇਗੀ? ਹਾਂਜੀ, ਬਿਲਕੁਲ। ਕਿਉਂਕਿ ਮੈਮ ਹੁਣ ਤਾਂ ਨਾ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਆ ਆਪਣੀ ਫੈਮਿਲੀ ਦੀ ਸਪੋਰਟ ਹੋਣਾ। ਹਾਂ। ਜਿਸ ਜਗ੍ਹਾ ਦੇ ਉੱਪਰ ਬੱਚੇ ਨੂੰ ਆਪਣੀ ਫੈਮਿਲੀ ਦੀ ਸਪੋਰਟ ਹੁੰਦੀ ਹੈ ਤਾਂ ਉਹ ਬੱਚਾ ਕੁਝ ਵੀ ਕਰਦਾ ਹੈ ਨਾ ਮੈਮ। ਪਹਿਲਾਂ ਮਤਲਬ ਕਿ ਮੰਮਾ ਪਾਪਾ ਦੀ ਸਪੋਰਟ ਸੀ ਮੈਨੂੰ, ਲੇਕਿਨ ਬ੍ਰਦਰ ਦੀ ਸਪੋਰਟ ਨਹੀਂ ਸੀ। ਹੁਣ ਮੈਨੂੰ ਮੇਰੇ ਬ੍ਰਦਰ, ਦੋਨੋਂ ਬ੍ਰਦਰ ਦੀ ਵੀ ਸਪੋਰਟ ਆ, ਪਾਪਾ ਦੀ ਵੀ ਸਪੋਰਟ ਆ, ਮੰਮਾ ਦੀ ਵੀ ਸਪੋਰਟ ਆ, ਪੂਰੀ ਫੈਮਿਲੀ ਦੀ ਸਪੋਰਟ ਆ। ਹੁਣ ਮੈਨੂੰ ਚਾਹੇ ਫਿਲਮ ਇੰਡਸਟਰੀ ਹੈ, ਚਾਹੇ ਸਿੰਗਿੰਗ ਲਾਈਨ ਹੈ, ਚਾਹੇ ਕਿੱਧਰੋਂ ਵੀ ਮੈਨੂੰ ਕੁਝ ਵੀ ਕਰਨ ਦਾ ਮੌਕਾ ਮਿਲਦਾ ਤਾਂ ਉਹ ਮੈਨੂੰ ਕਦੇ ਵੀ ਮਨਾ ਕਰਨ ਨਹੀਂ ਦੇਣਗੇ, ਤਾਂ ਮੈਂ ਉਸ ਕੰਮ ਨੂੰ ਕਰਾਂਗੀ। ਅਗਰ ਮੈਨੂੰ ਫਿਲਮ ਦੇ ਵਿੱਚ ਗਾਉਣ ਦਾ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਗਾਵਾਂਗੀ। ਤੁਹਾਡੇ ਮਤਲਬ ਫਿਊਚਰ ਪਲਾਨਸ ਕੀ ਨੇ? ਕੀ ਤੁਸੀਂ ਅੱਗੇ ਜਿਹੜਾ ਆਪਣੇ ਫਿਊਚਰ ਦੇ ਵਿੱਚ ਇਸੇ ਫੀਲਡ ਦੇ ਵਿੱਚ ਕੀ ਸੋਚਿਆ ਹੋਇਆ ਕਰਨ ਦਾ, ਕੀ ਕਰ ਰਹੇ ਹੋ? ਜੀ ਮੈਮ, ਆਪਣੇ ਜਿਹੜਾ ਮੈਮ ਮੇਰਾ ਜ਼ਿਆਦਾ ਹੈ ਕਿ ਮੈਂ IPS ਦਾ ਮੇਰਾ ਜ਼ਿਆਦਾ ਜੋ ਬਚਪਨ ਤੋਂ ਰਿਹਾ ਹੈਗਾ ਕਿ ਮੈਂ IPS ਬਣਾ ਵੱਡੀ ਹੋ ਕਰ। ਅੱਛਾ। ਤੇ ਬਸ ਹੁਣ ਜਿਹੜਾ ਮੇਰਾ ਸਟੱਡੀ ਜਿਹੜੀ ਹੈਗੀ ਆ, ਮੈਂ IPS ਜ਼ਿਆਦਾਤਰ ਸ਼ਾਇਰੀ ਦੇ ਨਾਲ ਨਾਲ, ਆਪਣੀ ਸਿੰਗਿੰਗ ਦੇ ਨਾਲ ਨਾਲ, ਇਹ ਤਾਂ ਆਪਣੇ ਇੱਕ ਸ਼ੌਕ ਹੁੰਦੇ ਆ ਸਿੰਗਿੰਗ, ਗਜ਼ਲ ਲਿਖਣਾ। ਇਹ ਮੇਰੀ ਸ਼ੌਕ ਹੈ, ਮਤਲਬ ਕਿ ਬਹੁਤ ਜ਼ਿਆਦਾ ਸ਼ੌਕ ਹੈ ਮੈਨੂੰ ਗਾਉਣ ਦਾ ਔਰ ਗਜ਼ਲਾਂ ਲਿਖਣ ਦਾ, ਸ਼ਾਇਰੀ ਕਰਨ ਦਾ। ਉਸ ਤੋਂ ਇਲਾਵਾ ਮੈਨੂੰ ਸ਼ੌਕ ਹੈ ਕਿ ਮੈਂ ਇੱਕ IPS ਬਣਾ। ਅੱਛਾ, ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸੇ ਨੂੰ ਹੀ ਪ੍ਰੋਫੈਸ਼ਨ ਨਹੀਂ ਬਣਵਾਉਣਾ ਕਿ ਤੁਹਾਨੂੰ ਅਗਰ ਮੰਨ ਲਓ ਸਿੰਗਿੰਗ ਦੇ ਵਿੱਚ ਬੜੀਆਂ ਵਧੀਆ ਆਫਰ ਆ ਜਾਂਦੀ ਹੈ ਨਾ, ਜਾਂ ਰਾਈਟਿੰਗ ਦੇ ਵਿੱਚ ਆ ਜਾਂਦੀ ਹੈ,
ਤਾਂ ਮਤਲਬ ਤੁਸੀਂ ਉਸ ਉਧਰ ਪ੍ਰੋਫੈਸ਼ਨ 'ਚ ਨਹੀਂ ਜਾਓਗੇ, ਇੱਕ ਡਿਫਰੈਂਟ ਪ੍ਰੋਫੈਸ਼ਨ ਹੈ ਜਿਹੜਾ ਇਹਦੇ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਜਾ ਕੇ ਜਾਂ ਕਿਸੇ ਦੂਸਰੀ ਫੀਲਡ 'ਚ ਉਹਨੂੰ ਆਪਟ ਕਰੋਗੇ। जी बिल्कुल। ਠੀਕ ਹੈ। ਔਰ ਅਸੀਂ ਇੱਕ ਹੋਰ ਤੁਹਾਡੀ ਪਸੰਦੀਦਾ ਕੋਈ ਤੁਹਾਡੀ ਰਚਨਾ ਹੈ ਉਹ ਸੁਣਨਾ ਚਾਹਾਂਗੇ। सारी दुनिया ही प्यार में गुम है, सारी दुनिया ही प्यार में गुम है, सारी दुनिया ही प्यार में गुम है, दिल तेरे इंतजार में गुम है, दिल तेरे इंतजार में गुम है, दिल मुनव्वर है याद में उसकी, दिल मुनव्वर याद में उसकी, आँख तस्वीर यार में गुम है, आँख तस्वीर यार में गुम है, मेरे अंदर फिजा का है मौसम, मेरे अंदर फिजा का है मौसम, पर जमाना बहार में क्या बात है। पर जमाना बहार में गुम है, इश्क बाजार में हुआ रुसवा, इश्क बाजार में हुआ रुसवा, तुम भी संग सार में गुम है, हुस्न भी संग सार में गुम है, जिसके कांधे पे बोझ है घर का, जिसके कांधे पे बोझ है घर का, वो दिले बेकरार में गुम है, वो दिले बेकरार में गुम है।
प्यार में गुम है, दिल तेरे इंतजार में गुम है। जी ਬਹੁਤ ਬਹੁਤ ਖੂਬ ਸ਼ਹਿਨਾਜ਼, ਬਹੁਤ ਖੂਬ। ਅੱਛਾ ਸ਼ਹਿਨਾਜ਼, ਤੁਸੀਂ ਜੋ ਲਿਖਦੇ ਹੋ ਉਹ ਉਰਦੂ ਚ ਲਿਖਦੇ ਹੋ ਨਾ ਜ਼ਿਆਦਾ? ਜੀ ਜਿੰਨਾ ਮੈਮ, ਵੀ ਮੈਂ ਤੁਹਾਨੂੰ ਪਹਿਲਾਂ ਵੀ ਸੁਣਿਆ ਜਾਂ ਹੁਣ ਵੀ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਤੇ ਜ਼ਿਆਦਾਤਰ ਜ਼ਿਆਦਾ ਫੋਕਸ ਹੈ। ਕੰਫਰਟੇਬਲ ਕਿਹਦੇ ਚ, ਜੀ ਜ਼ਿਆਦਾ ਕੰਫਰਟੇਬਲ ਕਿਹੜੀ ਲੈਂਗੁਏਜ ਚ ਫੀਲ ਕਰਦੇ ਹੋ ਲਿਖਣ ਨੂੰ? ਉਰਦੂ ਚ। ਅੱਛਾ, ਤੇ ਪੰਜਾਬੀ ਚ ਜਿਹੜਾ ਕੁਝ ਲਿਖਿਆ ਹੈਗਾ ਉਹ ਵੀ ਸੁਣਾਓ, ਉਹ ਕੀ ਹੈ ਜਿਹੜਾ ਤੇ ਪੰਜਾਬੀ ਚ ਲਿਖਣ ਦਾ ਮਨ ਕਿਵੇਂ ਹੋਇਆ, ਜਾਂ ਹਿੰਦੀ ਚ ਲਿਖਣ ਦਾ ਕਿਵੇਂ ਮਨ ਹੋਇਆ ਕਿ ਇੱਧਰ ਵੀ ਜਾਇਆ ਜਾਵੇ, ਜਦ ਤੁਸੀਂ ਕੰਫਰਟੇਬਲ ਹੈ ਜਿਹੜਾ ਉਹ ਜ਼ਿਆਦਾ ਉਰਦੂ ਲੈਂਗੁਏਜ ਚ ਫੀਲ ਕਰਦੇ ਹੋ? ਪੰਜਾਬੀ ਦੇ ਵਿੱਚ ਮਤਲਬ ਲਿਖਣ ਦਾ ਜਿਹੜਾ ਮਨ ਸੀਗਾ ਮੇਰਾ ਪੰਜਾਬੀ ਦੇ ਵਿੱਚ, ਕਿਉਂਕਿ ਜਦੋਂ ਮਤਲਬ ਕਿ ਆਪਣੇ ਸੁਰਜੀਤ ਪਾਤਰ ਸਰ ਜੀ ਨੂੰ ਜਦੋਂ ਮੈਂ ਸੁਣਦੀ ਸੀ ਹਨਾ, ਤਾਂ ਉਹਨਾਂ ਦੀ ਜਦੋਂ ਮੈਂ ਕਵਿਤਾਵਾਂ ਨੂੰ ਸੁਣਦੀ ਸੀ ਤਾਂ ਉਹਨਾਂ ਦੀ ਜਿਹੜੀ ਕਵਿਤਾਵਾਂ ਸੀਗੀਆਂ ਉਹ ਪੰਜਾਬੀ ਦੇ ਵਿੱਚ ਹੁੰਦੀਆਂ ਸੀ, ਤਾਂ ਮੈਨੂੰ ਕਦੇ ਕਦੇ ਲੱਗਦਾ ਸੀ ਕਿ ਮੈਂ ਵੀ ਪੰਜਾਬੀ ਦੇ ਵਿੱਚ ਕੁਝ ਲਿਖਾਂ। ਅੱਛਾ। ਹਾਲਾਂਕਿ ਮੈਂ ਪੰਜਾਬੀ ਦੇ ਵਿੱਚ ਮਤਲਬ ਕਿ ਇੱਕ ਕਵਿਤਾ ਤੋਂ ਬਾਅਦ ਮੈਂ ਹਜੇ ਤੱਕ ਪੰਜਾਬੀ 'ਚ ਕੁਝ ਨਹੀਂ ਲਿਖਿਆ, ਲੇਕਿਨ ਪੰਜਾਬੀ ਦੇ ਵਿੱਚ ਮੈਂ ਥੋੜਾ ਘੱਟ ਹੀ ਲਿਖਿਆ। ਪੰਜਾਬੀ ਦੇ ਵਿੱਚ ਮੈਂ ਇੱਕੋ ਹੀ ਕਵਿਤਾ ਲਿਖੀ ਹੈ, ਔਰ ਬਾਕੀ ਜਿਹੜੀ ਮੇਰੀ ਹੈਗੀ ਹੈ ਕੁਝ ਚੀਜ਼ਾਂ ਉਹ ਹਿੰਦੀ ਦੇ ਵਿੱਚ ਜਾਂ ਫਿਰ ਉਰਦੂ ਦੇ ਵਿੱਚ ਹੀ। ਹਾਂਜੀ ਠੀਕ ਹੈ, ਤੇ ਹਿੰਦੀ ਦੇ ਵਿੱਚ ਸਾਨੂੰ ਕੁਝ ਸੁਣਾਓ, ਅਸੀਂ ਦੇਖੀਏ ਕਿ ਹਿੰਦੀ ਦੇ ਵਿੱਚ ਵੀ ਸ਼ਹਿਨਾਜ਼ ਕਿਵੇਂ ਪ੍ਰਵਾਸ ਕਰਦੀ है शहनाज की। मैंने जो मतलब कि वो बेटी के ऊपर लिखा था हिंदी में कि कंपोजिशन अभी बनी नहीं है, अभी कंपोजिशन जेडी सीगी थी। सॉरी जेड़ा मेरा लहजा वो हिंदी च ज्यादा हो गया, इसलिए थोड़ा भी हिंदी हो जाती है, इसलिए मैं माफी चाहांगी। कोई नहीं, ਆਪਾਂ ਮਲਟੀਲਿੰਗੁਅਲ ਦੇਸ਼ ਹੈ, हाँ जी। और जेड़ा मैं बेटी एक पहचान है, ਇਹ ਹਿੰਦੀ ਦੇ ਵਿੱਚ ਜਿਹੜੀ ਮੈਂ ਆਪਣੀ ਇੱਕ ਕਵਿਤਾ ਲਿਖੀ ਸੀ। अम्मी तुम्हारा मान और सम्मान बनूंगी, अम्मी तुम्हारा मान और सम्मान बनूंगी, एक दिन मैं अपने पापा की पहचान बनूंगी। अम्मी तुम्हारा मान और सम्मान बनूंगी, एक दिन मैं अपने पापा की पहचान बनूंगी। सर ऊंचा होगा तेरा मैं वो काम करूंगी, सर ऊंचा होगा तेरा मैं वो काम करूंगी, दुनिया से इतना ऊंचा अपना नाम करूंगी। सतरंगों वाला अम्मी मैं तो झूला झूलूंगी, सतरंगों वाला अम्मी मैं तो झूला झूलूंगी, मैं डट के आसमां में सितारों को छू लूंगी। सतरंगों वाला अम्मी मैं तो झूला झूलूंगी, मैं डट के आसमां में सितारों को छू लूंगी, ख्वाबों को मेरे एक बार पंख लगा दे दूं, ख्वाबों को मेरे एक बार पंख लगा दे दूं माँ, मैं आंखें खोलूं मुझको ये संसार दिखा दे तू। क्या बात है जी और सच बात मेरी मान ले अम्मी, सच कहती हूँ बात तू मेरी मान ले अम्मी, बेटों से कम नहीं है बेटी जान ले अम्मी। अब लड़कियां तो टीचर डॉक्टर होती हैं, अब लड़कियां तो टीचर डॉक्टर भी होती हैं, पायलट भी बनती हैं, वो कंडक्टर भी होती हैं। अम्मी की आर्मी की वर्दी में भी शान है अलग, राजनीति में भी पहचान है अलग, अम्मी मैं खानदान की दस्तार बनूंगी, अम्मी मैं खानदान की दस्तार बनूंगी, देखना मैं एक दिन फनकार बनूंगी। वाह वाह क्या बात है। खानदान की दस्तार बनूंगी,
तू देखना मैं एक दिन फनकार बनूंगी। फनकार बनो। मैं इतना अपने देश में मैं इतना हाँ। अपने देश से प्यार करूंगी, मैं दुश्मनों के वास्ते तलवार बनूंगी। फनकार बनो। वाह वाह वाह, क्या बात है, क्या बात है। और सचमुच ही हाँ, और सचमुच ही शहनाज, ਤੁਸੀਂ ਆਪਣੇ ਆਪ ਨੂੰ ਪੂਰਾ ਇਸ ਕਵਿਤਾ ਚ ਐਕਸਪਲੇਨ ਕੀਤਾ ਹੈ ਕਿ ਤੁਸੀਂ ਖਾਨਦਾਨ ਦੀ ਦਸਤਾਰ ਬਣੋਗੇ, ਫਨਕਾਰ ਬਣੋਗੇ ਔਰ ਨਾਂ ਉੱਚਾ ਕਰੋਗੇ। ਮਤਲਬ ਮੈਨੂੰ ਇਹ ਲੱਗ ਰਿਹਾ ਕਿ ਤੁਹਾਡੇ ਜਿਹੜੀ ਉਡਾਨ ਹੈਗੀ ਆ ਉਹ ਜਿਹੜੀ ਭਰੀ ਹੈ ਨਾ, ਉਹ ਮਤਲਬ ਉਹ ਤੁਹਾਨੂੰ ਬੜਾ ਖੁੱਲਾ ਆਸਮਾਨ ਹੈ ਜਿਹੜਾ ਉਹ ਮਿਲ ਰਿਹਾ ਹੈ ਉੱਡਣ ਦੇ ਲਈ। ਔਰ ਇਨਸ਼ਾਅੱਲਾ ਅਸੀਂ ਦੁਆ ਕਰਦੇ ਹਾਂ ਕਿ ਤੁਹਾਡੀ ਇਹ ਜਿਹੜੀ ਕਾਮਨਾ ਹੈ, ਇਹ ਇੱਛਾ ਹੈ, ਉਹ ਜ਼ਰੂਰ ਪ੍ਰਮਾਤਮਾ ਪੂਰੀ ਕਰੇ। ਔਰ ਮੈਨੂੰ ਲੱਗਦਾ ਹੈ ਕਿ ਉਹ ਕੁਝ ਪਰਸੈਂਟ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈ, ਕਿਉਂਕਿ ਸ਼ਹਿਨਾਜ਼ ਭਾਰਤੀ ਨੂੰ ਇੱਕ ਆਡੀਅנס ਹੈ ਸ਼ਹਿਨਾਜ਼ ਭਾਰਤੀ ਦੀ, ਸ਼ਹਿਨਾਜ਼ ਭਾਰਤੀ ਨੂੰ ਜਾਣਦੀ ਹੈ, ਪਿਆਰ ਕਰਦੀ ਹੈ। ਇਹ ਇੱਕ ਨਾਂ ਹੈ ਸ਼ਹਿਨਾਜ਼ ਦਾ, ਹੈ ਨਾ। ਕਿਸੇ ਦੂਰਦਰਸ਼ਨ ਤੇ ਜਾਣਾ, ਰੇਡੀਓ ਤੇ ਜਾਣਾ, ਉਹ ਹਰ ਇੱਕ ਯੂਥ ਨੂੰ, ਹਰ ਇੱਕ ਬੱਚੇ ਨੂੰ, ਹਰ ਇੱਕ ਟੈਲੈਂਟ ਨੂੰ ਹੈ ਜਿਹੜਾ ਉਹ ਕਬੂਲ ਨਹੀਂ ਹੁੰਦਾ। ਤੋ ਅਸੀਂ ਅਰਦਾਸ ਕਰਦੇ ਹਾਂ, ਅਸੀਂ ਦੁਆ ਕਰਦੇ ਹਾਂ ਕਿ ਸ਼ਹਿਨਾਜ਼ ਭਾਰਤੀ ਹੈ ਉਹ ਉੱਚੀਆਂ ਉਡਾਰੀਆਂ ਮਾਰੇ, ਫਨਕਾਰ ਬਣੇ, ਇੱਕ ਉਮਦਾ ਫਨਕਾਰ ਬਣੇ। ਉਸ ਨੂੰ ਇਹਦੇ ਨਾਲ ਨਾਲ ਆਪਣੇ ਜਿਹੜੀ ਐਜੂਕੇਸ਼ਨ ਦੀ ਫੀਲਡ ਹੈ, ਜਿਹੜੀ ਉਹਦੇ ਚ ਜਿਹੜੀ ਆਪਣੀ ਐਜੂਕੇਸ਼ਨ ਹੈ ਹੋਰ ਲੈ ਕੇ ਇੱਕ ਜੌਬ ਵੀ ਕਰੇ, ਪਰ ਆਪਣਾ ਜਿਹੜਾ ਇਹ ਸ਼ੌਕ ਹੈ ਉਹਨੂੰ ਪੂਰਾ ਕਰਦੀ ਕਰਦੀ ਲੰਮੀਆਂ ਉਡਾਰੀਆਂ ਭਰੇ। ਇਸੇ ਉਮੀਦ ਦੇ ਨਾਲ, ਇਸੇ ਦੁਆ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਉਹ ਅਸੀਂ ਖਤਮ ਕਰਦੇ ਹਾਂ। ਔਰ ਮੈਂ ਸਾਰੀ ਰੰਗ FM ਟੀਮ ਦਾ, ਟੈਕਨੀਕਲ ਟੀਮ ਦਾ, ਦੀਪ ਦਾ ਬਹੁਤ ਬਹੁਤ, ਦੀਪ ਸੰਧੂ ਦੀ ਦਾ ਬਹੁਤ ਬਹੁਤ ਥੈਂਕਫੁਲ ਹਾਂ। ਔਰ ਵਰਲਡ ਲਿਟਰੇਰੀ ਫੋਰਮ ਤੇ ਜੋ ਰੰਗ FM ਹੈ ਉਹ ਅਗਲੇ ਹਫਤੇ ਇੱਕ ਹੋਰ ਨੌਜਵਾਨ ਟੈਲੈਂਟ ਨੂੰ ਆਪ ਸਭ ਦੇ ਰੂਬਰੂ ਕਰੇਗਾ। ਇਸੇ ਉਮੀਦ ਦੇ ਨਾਲ ਅੱਜ ਲੈਂਦੇ ਹਾਂ ਅਲਵਿਦਾ। ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਸ਼ਬਾ ਖੈਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਗ 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 FM, ਰੰਗ 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 FM। ਚੁੱਪ ਨੂੰ ਵੀ ਹੁਣ ਬੋਲ ਮਿਲੇ ਨੇ, ਸੱਤੇ ਬੂਹੇ ਖੋਲ ਮਿਲੇ ਨੇ। ਹਰ ਚਾਨਣ ਦਾ ਜਾਇਆ ਉਹ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂ